So our topic is how to balance the redox reactions. बेटे इनके लिए अपने को लिए दो important methods हैं. First method is oxidation number method and the second method is ion electron method. बट ਇਹ ਦੋਨੋਂ ਮੈਥਡ ਕਰਨ ਤੋਂ ਪਹਿਲਾਂ ਆਪਾਂ ਪਹਿਲਾਂ ਇਹ ਸਮਝ ਲਈਏ ਕਿ ਬੈਲੈਂਸਿੰਗ ਦ ਰਿਡੌਕਸ ਰਿਐਕਸ਼ਨ ਦਾ ਮਤਲਬ ਕੀ ਹੈ. बेटे आपा कोई सिंपल रिएक्शन सपोज एल्यूमिनियम इज रिएक्टिंग विद क्लोरीन टू फॉर्म एल्यूमिनियम क्लोराइड ਜਦੋਂ ਤੁਹਾਨੂੰ ਇਹ ਰਿਐਕਸ਼ਨ ਬੈਲੈਂਸ ਕਰਨ ਨੂੰ ਕਿਹਾ ਜਾਂਦਾ ਹੈ ਬੇਟਾ ਤਾਂ ਆਪਾਂ ਕੀ ਕਰਦੇ ਹਾਂ ਆਪਾਂ ਐਟਮਸ ਆਫ ਈਚ ਟਾਈਪ ਉਹਨਾਂ ਨੂੰ ਦੋਨੋਂ ਪਾਸੇ ਬਰਾਬਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾय ਹਿਟ ਐਂਡ ਟ੍ਰਾਇਲ ਮੈਥਡ. कहने का मतलब यह है कि रिएक्टेंट वाली साइड ते और प्रोडक्ट वाली साइड ते हर एक तरह के एटम्स की गिनती जिमें इधर एल्यूमीनियम के एटम्स की गिनती ते इधर एल्यूमीनियम के एटम्स की गिनती वो बराबर होवे. क्लोरीन के एटम्स की गिनती दोनों पासे रिएक्टेंट और प्रोडक्ट वाले पासे बराबर होवे. कहने का मतलब यह है कि वी बैलेंस एटम्स ऑफ ईच टाइप on product and reactant side. ठीक है, we try to balance the equation by changing the atoms. नंबर ऑफ एटम्स ਆਪਾਂ ਬਦਲ ਦਿੰਨੇ ਆ. ਆਪਾਂ ਇੱਥੇ ਰਿਐਕਟੈਂਟ ਜਾਂ ਪ੍ਰੋਡਕਟਸ ਦੇ ਅੱਗੇ ਕੋਐਫੀਸ਼ੀਐਂਟਸ ਦੇ ਨਾਲ ਸੁਟੇਬਲ ਕੋਐਫੀਸ਼ੀਐਂਟਸ ਦੇ ਨਾਲ ਇਸ ਤਰ੍ਹਾਂ ਮਲਟੀਪਲਾਈ ਕਰਦੇ ਆ ਕਿ ਦੋਨੋਂ ਪਾਸੇ ਰਿਐਕਟੈਂਟ ਔਰ ਪ੍ਰੋਡਕਟ ਪਾਸੇ ਸਾਡੇ ਕੋਲੇ ਹਰ ਇੱਕ ਤਰ੍ਹਾਂ ਦੇ ਐਟਮਸ ਦੀ ਗਿਣਤੀ ਬਰਾਬਰ ਹੋ ਜੇ. ਹੁਣ ਜੇ ਆਪਾਂ ਇੱਥੇ ਇਸ ਪਾਰਟਿਕੂਲਰ ਇਕੁਏਸ਼ਨ ਦੇ ਵਿੱਚ ਦੇਖੀਏ ਤਾਂ ਸਾਨੂੰ ਪ੍ਰੋਡਕਟ ਵਾਲੇ ਪਾਸੇ क्लोरीन 3 नज़र आ रहे हैं और रिएक्टेंट वाले पासे क्लोरीन 2 नज़र आ रहे हैं. ठीक है, सो ਅਸੀਂ ਕੀ ਕਰਦੇ ਹਾਂ ਕਿ ਜੇ ਅਸੀਂ ਪ੍ਰੋਡਕਟ ਵਾਲੇ ਪਾਸੇ 2 ਲਿਖਤਾ ਤਾਂ ਟੋਟਲ ਐਟਮਸ ਦੀ ਗਿਣਤੀ ਕਲੋਰੀਨ ਦੇ ਟੋਟਲ ਐਟਮਸ ਦੀ ਗਿਣਤੀ 6 ਹੋ ਗਈ ਪ੍ਰੋਡਕਟ ਵਾਲੇ ਪਾਸੇ ਤੇ ਇੱਧਰ ਜੇ ਅਸੀਂ 3 ਦੇ ਨਾਲ ਮਲਟੀਪਲਾਈ ਕਰ ਦਵਾਂਗੇ ਤਾਂ ਇੱਧਰ ਵੀ ਕਲੋਰੀਨ 6 ਹੋ ਗਏ. ਸੋ ਕਲੋਰੀਨ ਦੀ ਗਿਣਤੀ ਦੋਨੋਂ ਪਾਸੇ ਰਿਐਕਟੈਂਟ ਔਰ ਪ੍ਰੋਡਕਟ ਵਾਲੇ ਪਾਸੇ 6 ਹੋ ਗਈ. ਐਲੂਮੀਨੀਅਮ ਪ੍ਰੋਡਕਟ ਵਾਲੇ ਪਾਸੇ ਕਿੰਨੇ ਹੈ 2. ਸੋ ਰਿਐਕਟੈਂਟ ਵਾਲੇ ਪਾਸੇ ਵੀ ਅਸੀਂ 2 ਐਟਮ ਲਿਖ ਦਿੱਤੇ. ਸੋ इस सिंपल इक्वेशन दे विच बेटा अपने कोले नंबर ऑफ एटम्स बराबर करन ते असी देखते हैं कि इक्वेशन बैलेंस होगी. पर जदों असी गल करते हैं ना रिडॉक्स रिएक्शन दी बैलेंसिंग दी ਤਾਂ ਰਿਡੌਕਸ ਰਿਐਕਸ਼ਨ ਦੀ ਬੈਲੈਂਸਿੰਗ ਦੇ ਵਿੱਚ ਸਾਨੂੰ ਨਾ ਸਿਰਫ ਨੰਬਰ ਆਫ ਐਟਮ ਦੋਨੋਂ ਪਾਸੇ ਬਰਾਬਰ ਕਰਨੇ ਪੈਂਦੇ ਬਲਕਿ ਨੰਬਰ ਆਫ ਚਾਰजेस ਵੀ ਅਸੀਂ ਬਰਾਬਰ ਕਰਨੇ ਆ. ਜਿੰਨੇ ਪੋਜ਼ਿਟਿਵ ਚਾਰਜ ਉਨੇ ਹੀ ਨੈਗੇਟਿਵ ਚਾਰजेस. ठीक है, या रिएक्टेंट वाली साइड ते जेड़ा भी चार्ज मान लो +14 है तो प्रोडक्ट वाले पासे भी चार्ज उन्ना ही होएगा. सो रिडॉक्स रिएक्शन दे विच असी 2 चीज़ां दा ध्यान रखना है जदों बैलेंसिंग करनी है. एक तो दोनों पासे रिएक्टेंट ते प्रोडक्ट वाले पासे नंबर ऑफ एटम्स ऑफ ईच टाइप वो बराबर होने चाहिए. दूसरी चीज़ है कि टोटल नंबर ऑफ चार्जेस शुड बी इक्वल. सो ਇਹਨੂੰ ਜ਼ਿਆਦਾ ਕਨਫਿਊਜ਼ ਨਹੀਂ ਕਰਦੇ ਬੇਟਾ. ਆਪਾਂ ਆਪਣੇ ਪੁਆਇੰਟ ਤੇ ਆਨੇ ਆ. ਸਭ ਤੋਂ ਪਹਿਲਾ ਮੈਥਡ ਜਿਹੜਾ ਆਪਾਂ ਇਹਦੇ ਵਿੱਚ ਇਸਤੇਮਾਲ ਕਰਦੇ ਆ ਐਜ਼ ਆਈ ਟੋਲਡ ਯੂ that is oxidation number method. so first of all ਅਸੀਂ ਇਸੇ ਮੈਥਡ ਦੀ ਸ਼ੁਰੂਆਤ ਕਰਦੇ ਹਾਂ. ਸੋ ਜਦੋਂ ਆਕਸੀਡੇਸ਼ਨ ਨੰਬਰ ਮੈਥਡ ਦੀ ਅਸੀਂ ਗੱਲ ਕਰਦੇ ਹਾਂ ਤਾਂ ਐਸਿਡਿਕ ਮੀਡੀਅਮ ਦੇ ਵਿੱਚ ਇਕੁਏਸ਼ਨ ਨੂੰ ਜੇ ਬੈਲੈਂਸ ਕਰਨਾ ਹੈ ਤਾਂ ਪਹਿਲੇ ਉਹਦੇ ਰੂਲ ਦੇਖਦੇ ਹਾਂ. ਫਿਰ ਆਪਾਂ ਬੇਸਿਕ ਮੀਡੀਅਮ 'ਚ ਕਿਵੇਂ ਰਿਐਕਸ਼ਨ ਨੂੰ ਬੈਲੈਂਸ ਕਰਨਾ ਹੈ ਉਹਦੇ ਰੂਲਸ ਦੇਖਾਂਗੇ. ਸੋ ਜਦੋਂ ਆਪਾਂ ਐਸਿਡਿਕ ਮੀਡੀਅਮ ਦੇ ਵਿੱਚ ਰਿਐਕਸ਼ਨ ਨੂੰ ਬੈਲੈਂਸ ਕਰਨਾ ਹੈ ਤਾਂ ਅਸੀਂ ਕੁਝ ਸਟੈਪਸ ਦੀ ਮਦਦ ਦੇ ਨਾਲ ਇਸ ਰਿਐਕਸ਼ਨ ਨੂੰ ਬੈਲੈਂਸ ਕਰਦੇ ਹਾਂ. ਸੋ ਇੱਥੇ ਇੱਕ ਐਗਜ਼ਾਮਪਲ ਲੈ ਕੇ ਉਹਨਾਂ ਸਟੈਪਸ ਨੂੰ ਮੈਂ 1 ਬਾय 1 ਸਮਝਾ ਰਹੀ ਹਾਂ ਤੇ ਤੁਸੀਂ ਪਹਿਲਾਂ ਇਹਨਾਂ ਨੂੰ ਸਮਝੋ ਫਿਰ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਕੇ ਉਹਨੂੰ ਆਪ ਹੱਲ ਕਰਾਂਗੇ. ਸੋ ਫਰਸਟ ਸਟੈਪ ਦੇ ਵਿੱਚ ਅਸੀਂ ਪਹਿਲਾਂ ਇਕੁਏਸ਼ਨ ਮੰਨ ਲਓ ਇੱਥੇ ਆਹ ਵਾਲੀ ਇਕੁਏਸ਼ਨ ਆਪਾਂ ਨੂੰ ਕਿਹਾ ਗਿਆ ਹੈ MnO4 -1 plus Fe2 positive gives rise to Fe3 positive Mn2 positive. इस इक्वेशन ਨੂੰ ਆਪਾਂ ਬੈਲੈਂਸ ਕਰਨੀ ਹੈ. ਸੋ ਪਹਿਲਾ ਸਟੈਪ ਹੈ ਕਿ ਜਿੰਨੇ ਵੀ ਤਰ੍ਹਾਂ ਦੇ ਐਟਮਸ ਹੈ ਉਹਨਾਂ ਸਾਰਿਆਂ ਦੀ ਆਪਾਂ ਆਕਸੀਡੇਸ਼ਨ ਸਟੇਟ ਲਿਖਣੀ ਹੈ. ਸੋ MnO4 ਦੇ ਵਿੱਚੋਂ ਦੀ MnO4 -1 ਇਹਦੇ ਵਿੱਚੋਂ ਦੀ ਆਪਾਂ ਮੈਂਗਨੀਜ਼ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ ਉਹ ਲਿਖਦੇ ਹਾਂ.
ਆਇਰਨ ਦੀ ਬੇਟਾ ਆਪਾਂ ਨੂੰ ਇੱਥੇ ਆਕਸੀਡੇਸ਼ਨ ਸਟੇਟ ਦਿੱਤੀ ਹੋਈ ਹੈ 2+, ਪ੍ਰੋਡਕਟ ਵਾਲੇ ਪਾਸੇ ਆਇਰਨ 3+ ਔਰ ਮੈਂਗਨੀਜ਼ ਜਿਹੜਾ 2+। ਸੋ ਆਪਣੇ ਕੋਲੇ MnO4-1 ਦੇ ਵਿੱਚ ਮੈਂਗਨੀਜ਼ ਦੀ ਆਕਸੀਡੇਸ਼ਨ ਸਟੇਟ ਆਪਾਂ ਪਹਿਲਾਂ ਕੈਲਕੂਲੇਟ ਕਰਨੀ ਹੈ। ਸੋ ਇੱਥੇ ਤੁਹਾਨੂੰ ਕੈਲਕੂਲੇਟ ਕਰਕੇ ਦਿਖਾਈ ਗਈ ਹੈ ਬੇਟਾ ਆਕਸੀਡੇਸ਼ਨ ਸਟੇਟ। ਮੈਂਗਨੀਜ਼ ਦੀ ਆਕਸੀਡੇਸ਼ਨ ਸਟੇਟ ਆਪਾਂ ਨੂੰ ਨਹੀਂ ਪਤਾ, ਅਸੀਂ X ਮੰਨ ਲੈਂਦੇ ਹਾਂ। ਆਕਸੀਜਨ ਦੀ -2 ਹੁੰਦੀ ਹੈ, ਸੋ ਆਕਸੀਜਨ ਦੀ -2 ਉਹਨੂੰ ਮਲਟੀਪਲਾਈ ਕਿੰਨੇ ਨਾਲ ਕਰ ਰਹੇ ਹਾਂ ਆਪਾਂ 4 ਦੇ ਨਾਲ, ਕਿਉਂਕਿ ਇੱਥੇ 4 ਆਕਸੀਜਨ ਹੈ। ਓਵਰਆਲ ਚਾਰਜ ਇਜ਼ ਇਕੁਅਲ ਟੂ -1, ਸੋ ਆਪਣੇ ਕੋਲੇ X ਦੀ ਵੈਲਿਊ ਆ ਗਈ +7। ਸੋ ਮੈਂਗਨੀਜ਼ ਦੇ ਉੱਤੇ +7 ਚਾਰਜ ਹੈ। ਦੂਸਰਾ ਸਟੈਪ ਆਂਦਾ ਹੈ ਕਿ ਅਸੀਂ ਆਕਸੀਡੇਸ਼ਨ ਨੰਬਰ ਚ ਕਿੰਨੀ ਇਨਕਰੀਜ਼ ਆਈ ਹੈ ਕਿੰਨੀ ਡਿਕਰੀਜ਼ ਆਈ ਹੈ ਉਹ ਨੋਟ ਕਰਨੀ ਹੈ। ਜਿਵੇਂ ਤੁਸੀਂ ਇਸ ਸਟੈਪ ਦੇ ਵਿੱਚ ਦੇਖੋ, ਮੈਂਗਨੀਜ਼ ਨੂੰ ਅਬਜ਼ਰਵ ਕਰੋ, ਮੈਂਗਨੀਜ਼ ਦੀ ਆਕਸੀਡੇਸ਼ਨ ਸਟੇਟ +7 ਤੋਂ ਪ੍ਰੋਡਕਟ ਵਾਲੇ ਪਾਸੇ ਦੇਖੋ +2 ਹੋ ਗਈ। ਸੋ ਹੇਅਰ ਇਟ ਇਜ਼ ਸ਼ੋਇੰਗ ਡਿਕਰੀਜ਼ ਬਾय 5 digits। +7 +7 ਤੋਂ +2 यानी कि किन्नी ऑक्सीडेशन स्टेट च चेंज आई है, ऑक्सीडेशन स्टेट च 5 पॉइंट्स की चेंज आई है बेटा। +7 तो +2 होया, ऑक्सीडेशन स्टेट डिक्रीज हुई है, दैट मीनस इत्थे रिडक्शन हुई है, गेन ऑफ इलैक्ट्रॉन। मैंगनीज ने 5 इलैक्ट्रॉन गेन किते ते Mn2 पॉजिटिव बन गया। ओके, हुण आयरन दे केस च देखो, Fe2 पॉजिटिव तो Fe3 पॉजिटिव बनया। सो Fe2 पॉजिटिव तो Fe3 पॉजिटिव बनया। व्हाट डू यू थिंक इत्थे की हो रहा है? इत्थे आयरन अपना एक इलैक्ट्रॉन लूज कर रहा है ना। सो ऑक्सीडेशन स्टेट वध रही है, इत्थे ऑक्सीडेशन हो रही है, लॉस ऑफ इलैक्ट्रॉन। कहने का मतलब ये है कि आयरन ने Fe2 पॉजिटिव ने एक इलैक्ट्रॉन लूज किया तो Fe3 पॉजिटिव बनया। मैंगनीज 7 पॉजिटिव तो मैंगनीज 2 पॉजिटिव बनया 5 इलैक्ट्रॉन गेन करके। हुण आपां तीजे स्टैप दे विच ऑक्सीडेशन स्टेट्स बैलेंस करनी है। दोबारा फिर बेटा तुहानूं इक्को ही लाइन बोल के दस रही हैं जो इत्थे आपां हल तक नोट किया है। पहले स्टैप दे विच असी ऑक्सीडेशन स्टेट लिख लिया सारे एटम्स दियां। दूजे स्टैप च असी ये देखिया भी किहड़े एटम दी ऑक्सीडेशन स्टेट वधी ते किहड़े एटम दी ऑक्सीडेशन स्टेट घटी। हुण इत्थे असीं देखिया कि मैंगनीज +7 तो +2 बनया, मतलब इन्हें 5 इलैक्ट्रॉन गेन किए। आयरन ने 1 इलैक्ट्रॉन लूज किया। बेटा मैंगनीज 7 इलैक्ट्रॉन तो 7 पॉजिटिव तो 2 पॉजिटिव ते आया, यानी 5 इलैक्ट्रॉन गेन किए। आयरन ने तो 1 लूज किया ना। एक आयरन Fe2 पॉजिटिव ने 1 इलैक्ट्रॉन लूज किया। सो इनका मतलब ये है कि जे मैंगनीज 7 पॉजिटिव ने 5 इलैक्ट्रॉन गेन किए है, वो 5 Fe2 पॉजिटिव ने 5 मतलब हर एक Fe2 पॉजिटिव ने 1 इलैक्ट्रॉन लूज किया। इत्थे 5 Fe2 पॉजिटिव चाहिए आपां नूं, तां ही इत्थे +7 तो मैंगनीज +2 ते पहुंचूगा। सो इत्थे आपां तीजे स्टैप दे विच ऑक्सीडेशन स्टेट बैलेंस करती। सो चौथे स्टैप दे विच असीं की करदे हां, सारे एटम्स दी गिनती ओनू बैलेंस कर दिंदे हां, केवल ऑक्सीजन ते हाइड्रोजन नूं छोड़ना है। सो मैंगनीज दी गिनती देखो, प्रोडक्ट और रिएक्टेंट वाले पासे 1-1 है। ओके, आयरन 1-1 है नहीं, आयरन बेटे असी पिछले स्टैप च इधर 5 Fe2 पॉजिटिव कीते सी। सो प्रोडक्ट वाले पासे इनू 5 नाल मल्टीप्लाई करांगे आयरन नू। सो दोनों पासे हुण सारे एटम्स बैलेंस हो गए। हाइड्रोजन ते ऑक्सीजन नू छोड़ दो, हजे उन्हां दी नहीं गल कर रहे। नैक्सट स्टैप दे विच असी ऑक्सीजन नू बैलेंस करना। हुण जेड़े पासे ऑक्सीजन एटम घट है जां जेड़े पासे है नहीं, उधरले पासे आपां वाटर मॉलिक्यूल ऐड करने हैं। देखो हुण अपने कोले चौथे स्टैप दे विच असीं देखिया कि MnO4-1 मतलब रिएक्टेंट वाले पासे 4 ऑक्सीजन एटम हैगे आ, प्रोडक्ट वाले पासे नहीं है ना। सो असीं 4 वाटर मॉलिक्यूल जेड़े प्रोडक्ट वाले पासे ऐड कर दिते। ऑक्सीजन बैलेंस करन दे लई जेड़ी साइड ते ऑक्सीजन एटम घट है उस साइड ते ओने वाटर मॉलिक्यूल ऐड करने आपां।
ਨੈਕਸਟ ਸਟੈਪ ਦੇ ਵਿੱਚ ਆਪਾਂ ਹਾਈਡਰੋਜਨ ਬੈਲੈਂਸ ਕਰਦੇ ਹਾਂ। ਹਾਈਡਰੋਜਨ ਬੈਲੈਂਸ ਕਰਨ ਦਾ ਕੀ ਤਰੀਕਾ ਹੈ ਕਿ ਜਿਹੜੀ ਸਾਈਡ ਤੇ ਹਾਈਡਰੋਜਨ ਐਟਮਸ ਡੈਫੀਸ਼ੀਐਂਟ ਹੈ, ਘੱਟ ਹੈ, ਉਸ ਸਾਈਡ ਤੇ ਆਪਾਂ ਉਹਨੇ H ਪੋਜ਼ਿਟਿਵ ਐਡ ਕਰ ਦੇਣੇ ਆ। ਹੁਣ ਇੱਥੇ ਆਪਾਂ ਪੰਜਵੇਂ ਸਟੈਪ 'ਚ ਜਦੋਂ ਆਕਸੀਜਨ ਬੈਲੈਂਸ ਕਰ ਰਹੇ ਸੀ, ਅਸੀਂ 4 ਵਾਟਰ ਮੋਲੀਕਿਊਲ ਪ੍ਰੋਡਕਟ ਵਾਲੀ ਪਾਸੇ ਪਾਏ, ਤਾਂ ਇੱਥੋਂ ਦੀ ਅਸੀਂ ਦੇਖ ਰਹੇ ਹਾਂ 4 2s are 8 ਹਾਈਡਰੋਜਨਸ ਇਹ ਰਿਐਕਟੈਂਟ ਵਾਲੇ ਪਾਸੇ ਲੋੜੀਂਦੀ ਹੈ। ਸੋ ਅਸੀਂ ਹਾਈਡਰੋਜਨ ਬੈਲੈਂਸ ਕਰਨ ਦੇ ਲਈ H ਪੋਜ਼ਿਟਿਵ ਐਡ ਕਰਦੇ ਹਾਂ ਕਿਉਂਕਿ ਐਸਿਡਿਕ ਮੀਡੀਅਮ ਹੈ। ਠੀਕ, ਸੋ ਓਵਰਆਲ ਹੁਣ ਬੈਲੈਂਸਡ ਕੈਮੀਕਲ ਇਕੁਏਸ਼ਨ ਸਾਡੇ ਅਕੋਰਡਿੰਗਲੀ ਆਹ ਵਾਲੀ ਬਣ ਜਾਂਦੀ ਹੈ। ਹੁਣ ਇਹਦੇ 'ਚ ਬੇਟੇ ਆਪਾਂ ਕਿਵੇਂ ਪਤਾ ਲੱਗੂਗਾ ਆਪਾਂ ਨੂੰ ਵੀ ਯੈਸ ਸਾਡੀ ਇਕੁਏਸ਼ਨ ਬੈਲੈਂਸ ਹੋ ਗਈ? ਆਪਾਂ ਦੋਨੋਂ ਪਾਸੇ ਚਾਰਜ ਦੇਖੋ, ਬੈਲੈਂਸ ਹੈ, ਬਰਾਬਰ ਹੈ ਚਾਰਜ। ਰਿਐਕਟੈਂਟ ਵਾਲੇ ਪਾਸੇ ਦੇਖੋ -1 ਆ ਵਾਲਾ 5 Fe2 ਪੋਜ਼ਿਟਿਵ ਹੈ, ਮਤਲਬ 5 ਦੂਣੀ 10, 10 ਪੋਜ਼ਿਟਿਵ ਆ ਗਏ। ਦੈਨ 8 H ਪੋਜ਼ਿਟਿਵ, 8 ਪੋਜ਼ਿਟਿਵ, ਤਾਂ ਆਪਣੇ ਕੋਲੇ ਟੋਟਲ 18 ਪੋਜ਼ਿਟਿਵ ਤੇ 1 ਨੈਗੇਟਿਵ, ਇਹਦਾ ਮਤਲਬ 17 ਪੋਜ਼ਿਟਿਵ ਆਪਣੇ ਕੋਲੇ ਟੋਟਲ ਹੈ ਨਾ। ਪ੍ਰੋਡਕਟ ਵਾਲੇ ਪਾਸੇ ਦੇਖੋ 5 30 15, 15 ਪੋਜ਼ਿਟਿਵ, ਦੈਨ Mn2 ਪੋਜ਼ਿਟਿਵ, तो वाटर तो न्यूट्रल ही होएगा, सो अपने को 17 पॉजिटिव। सो जो रिएक्टेंट और प्रोडक्ट वाले पासे अपने को टोटल चार्ज बराबर हो जाता है, तो असी कहने हैं कि साडी इक्वेशन जिहड़ी है बैलेंस हो गई है। ठीक है, सो आपां इत्थे एक होर एग्जाम्पल लैने हैं, ते इस टाइम तुसी वीडियो इत्थे पॉज करोगे ते अपना कॉपी पेन पकड़ के तुसी नाल दी नाल लिख के देखनी है। सो ਹੁਣ ਆਪਾਂ ਨੂੰ ਆ ਇਕੁਏਸ਼ਨ ਦਿੱਤੀ ਗਈ ਹੈ ਕਿ ਅਸੀਂ ਐਸਿਡਿਕ ਮੀਡੀਅਮ ਦੇ ਵਿੱਚ ਇਸ ਇਕੁਏਸ਼ਨ ਨੂੰ ਬੈਲੈਂਸ ਕਰਨਾ ਹੈ। ਸੋ ਜਦੋਂ ਅਸੀਂ ਇਸ ਇਕੁਏਸ਼ਨ ਨੂੰ ਬੈਲੈਂਸ ਕਰਨਾ ਹੈ ਤਾਂ ਅਸੀਂ ਆਪਣੇ ਉਹੀ ਸਟੈਪਸ ਫੋਲੋ ਕਰਾਂਗੇ। ਸੋ ਸਭ ਤੋਂ ਪਹਿਲਾ ਸਟੈਪ ਕੀ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਸਾਰੇ ਐਟਮਸ ਦਾ, ਸਾਰੇ ਟਾਈਪ ਆਫ ਐਟਮਸ ਦੇ ਆਪਾਂ ਆਕਸੀਡੇਸ਼ਨ ਨੰਬਰ ਜਿਹੜੇ ਹੈ ਉਹ ਲਿਖਨੇ ਆ, ਆਕਸੀਡੇਸ਼ਨ ਸਟੇਟ ਲਿਖਣੀ ਹੈ। ਸੋ ਸਭ ਤੋਂ ਪਹਿਲਾਂ ਆਪਣੇ ਕੋਲੇ Cr ਦਾ ਆਪਾਂ ਦੇਖੀਏ ਆਕਸੀਡੇਸ਼ਨ ਸਟੇਟ Cr2O7 2 ਨੈਗੇਟਿਵ ਦੇ ਵਿੱਚ। ਸੋ Cr ਦੀ ਸਾਨੂੰ ਨਹੀਂ ਪਤਾ ਕਿੰਨੇ ਆਕਸੀਡੇਸ਼ਨ ਸਟੇਟ ਹੈ, ਇਹਨੂੰ ਅਸੀਂ 2 ਦੇ ਨਾਲ ਮਲਟੀਪਲਾਈ ਕਰਨਾ ਹੈ ਕਿਉਂਕਿ 2 Cr ਐਟਮ ਹੈ, ਪਲੱਸ ਆਕਸੀਜਨ ਦਾ ਕਿੰਨਾ ਹੁੰਦਾ ਹੈ -2। ਆਕਸੀਜਨ ਦੀ -2 ਨੂੰ ਆਪਾਂ 7 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਓਵਰਆਲ ਜਿਹੜਾ Cr2O7 ਦੇ ਉੱਤੇ ਚਾਰਜ ਹੈ ਦੈਟ ਇਜ਼ -2। ਸੋ ਆਪਣੇ ਕੋਲੇ ਕੀ ਆ ਗਿਆ 2 chromium -14 is equal to -2, 2 chromium is equal to -2 plus 14, 2 chromium is equal to 12, chromium equal to 12 upon 2, यानी कि इत्थे आ गया अपने कोले +6। सो आपां chromium दे उत्ते हुण किन्ना ऑक्सीडेशन स्टेट लिख दवांगे, yes it will be +6। सो अपने कोले chromium दे उत्ते +6 ਆਕਸੀਡੇਸ਼ਨ ਸਟੇਟ ਆਪਾਂ ਇੱਥੇ ਲਿਖ ਦਿੱਤੀ। ਆਕਸੀਜਨ ਦੀ -2 ਹੁੰਦੀ ਹੈ, ਉਹ ਆਪਾਂ ਨੋਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਆਇਰਨ ਦੀ 2+, ਪ੍ਰੋਡਕਟ ਵਾਲੇ ਪਾਸੇ ਦੇਖੋ ਕ੍ਰੋਮੀਅਮ ਦੀ 3+ ਔਰ ਆਇਰਨ ਦੀ 3+। ਸੋ ਆਕਸੀਡੇਸ਼ਨ ਸਟੇਟ ਅਸੀਂ ਸਾਰਿਆਂ ਦੇ ਉੱਤੇ ਲਿਖ ਲਈ। ਸੋ ਦਿਸ ਇਜ਼ ਆਵਰ ਸਟੈਪ 1। ਤੁਸੀਂ ਵੀ ਆਈ ਹੋਪ ਲਿਖ ਲਿਆ ਹੋਏਗਾ ਬੇਟਾ ਨਾਲ ਦੀ ਨਾਲ। ਦੂਸਰੇ ਸਟੈਪ ਦੇ ਵਿੱਚ ਸਟੈਪ 2 ਚ ਅਸੀਂ ਇਹ ਦੇਖਣਾ ਹੈ ਕਿ ਕਿਹੜੇ ਆਕਸੀਡੇਸ਼ਨ ਨੰਬਰ ਚ ਚੇਂਜ ਆਈ ਹੈ ਤੇ ਕਿੰਨੀ ਚੇਂਜ ਆਈ ਹੈ। ਤੀਸਰੇ ਸਟੈਪ ਚ ਅਸੀਂ ਉਸ ਚੇਂਜ ਨੂੰ ਬੈਲੈਂਸ ਕਰਾਂਗੇ। ਠੀਕ ਹੈ, ਸੋ ਅਸੀਂ ਇਹ ਨੋਟ ਕਰ ਰਹੇ ਹਾਂ ਕਿ ਦੂਸਰੇ ਸਟੈਪ ਦੇ ਵਿੱਚ ਕ੍ਰੋਮੀਅਮ ਦੇ ਵਿੱਚ ਜੇ ਅਸੀਂ ਦੇਖੀਏ ਨਾ ਧਿਆਨ ਨਾਲ +6 ਤੋਂ +3 ਹੋ ਗਿਆ, +6 ਤੋਂ +3 ਇੱਕ ਕ੍ਰੋਮੀਅਮ ਐਟਮ ਜਿਹੜਾ ਹੈ ਉਹ 3 ਇਲੈਕਟ੍ਰੋਨ ਗੇਨ ਕਰ ਰਿਹਾ ਹੈ। ਆਕਸੀਡੇਸ਼ਨ ਸਟੇਟ ਡਿਕਰੀਜ਼ ਹੋਈ ਹੈ, ਇੱਥੇ 3 ਇਲੈਕਟ੍ਰੋਨ ਇੱਕ ਕ੍ਰੋਮੀਅਮ ਐਟਮ ਨੇ ਗੇਨ ਕੀਤੇ। 2 ਕ੍ਰੋਮੀਅਮ ਐਟਮ ਕਿੰਨੇ ਇਲੈਕਟ੍ਰੋਨ ਗੇਨ ਕਰਨਗੇ? 6 ਇਲੈਕਟ੍ਰੋਨਸ ਗੇਨ ਕਰਨਗੇ ਨਾ। ਠੀਕ ਹੈ, ਆਇਰਨ ਦੇ ਕੇਸ 'ਚ ਦੇਖੋ Fe2 ਪੋਜ਼ਿਟਿਵ ਤੋਂ Fe3 ਪੋਜ਼ਿਟਿਵ, ਯਾਨੀ ਇਹਨੇ ਇੱਕ ਇਲੈਕਟ੍ਰੋਨ ਲੂਜ਼ ਕੀਤਾ ਤਾਂ ਹੀ Fe3 ਪੋਜ਼ਿਟਿਵ ਬਣਿਆ। ਆਕਸੀਡੇਸ਼ਨ ਸਟੇਟ ਇੱਥੇ ਵਧੀ ਹੈ, ਇਨਕਰੀਜ਼ ਹੋਈ ਹੈ। ਕ੍ਰੋਮੀਅਮ ਦੇ ਕੇਸ 'ਚ ਆਕਸੀਡੇਸ਼ਨ ਸਟੇਟ ਡਿਕਰੀਜ਼ ਹੋਈ ਸੀ, Fe2 ਪੋਜ਼ਿਟਿਵ ਦੇ ਕੇਸ 'ਚ ਇਹ ਇਨਕਰੀਜ਼ ਹੋ ਗਈ। ਸੋ ਕਿੰਨੀ ਇਨਕਰੀਜ਼ ਹੋਈ ਹੈ? ਆਇਰਨ ਦੇ ਕੇਸ 'ਚ 1, ਮਤਲਬ
ਇੱਕ Fe2 ਪੋਜ਼ਿਟਿਵ ਨੇ ਇੱਕ ਇਲੈਕਟ੍ਰੋਨ ਲੂਜ਼ ਕੀਤਾ ਤੇ Fe3 ਪੋਜ਼ਿਟਿਵ ਬਣ ਗਿਆ। ਨੋਟ ਕਰੋ ਇਸ ਇਕੁਏਸ਼ਨ ਦੇ ਵਿੱਚ ਆਇਰਨ ਇੱਕ ਇਲੈਕਟ੍ਰੋਨ ਲੂਜ਼ ਕਰ ਰਿਹਾ ਹੈ, ਜਦ ਕਿ ਕ੍ਰੋਮੀਅਮ, ਦੋ ਕ੍ਰੋਮੀਅਮ ਐਟਮ ਜਿਹੜੇ ਹੈ 6 ਇਲੈਕਟ੍ਰੋਨ ਗੇਨ ਕਰ ਰਹੇ ਹੈ। ਸੋ ਇਹਦਾ ਮਤਲਬ ਇਹ ਹੈ ਕਿ 6 ਆਇਰਨ 2 ਪੋਜ਼ਿਟਿਵ ਜਿਹੜੇ ਹੈ ਉਹ ਆਪਣਾ ਇੱਕ ਇੱਕ ਇਲੈਕਟ੍ਰੋਨ ਲੂਜ਼ ਕਰਨਗੇ, ਤਾਂ ਹੀ ਦੋ ਕ੍ਰੋਮੀਅਮ ਐਟਮ 6 ਇਲੈਕਟ੍ਰੋਨ ਗੇਨ ਕਰਨਗੇ। ਠੀਕ ਹੈ, ਸੋ ਇਸ ਸਟੈਪ ਦੇ ਵਿੱਚ ਅਸੀਂ ਜਿਹੜਾ 6 ਹੈ ਉਹ Fe2 ਪੋਜ਼ਿਟਿਵ ਦੇ ਅੱਗੇ ਲਗਾਤਾ। ਹੁਣ ਆਪਾਂ ਇਹਨਾਂ ਨੂੰ ਬੈਲੈਂਸ ਕਰਨਾ ਹੈ ਹਰ ਤਰ੍ਹਾਂ ਦੇ ਐਟਮਸ ਨੂੰ। ਜੇ 6 Fe2 ਪੋਜ਼ਿਟਿਵ ਹੈ ਤਾਂ ਅਸੀਂ ਇੱਥੇ 6 ਪ੍ਰੋਡਕਟ ਵਾਲੇ ਪਾਸੇ ਵੀ ਲਗਾ ਦਿੱਤੇ। ਫਾਈਨ। ਕ੍ਰੋਮੀਅਮ ਐਜ਼ ਯੂ ਕੈਨ ਸੀ ਕਿ ਕ੍ਰੋਮੀਅਮ ਇੱਥੇ ਆਪਣੇ ਕੋਲੇ 2 ਕ੍ਰੋਮੀਅਮ ਐਟਮ ਹੋਣਗੇ। ਸਟੈਪ 4 ਦੇ ਵਿੱਚ ਹੁਣ ਆਪਾਂ ਜਦੋਂ ਆਕਸੀਡੇਸ਼ਨ ਸਟੇਟਸ ਬੈਲੈਂਸ ਕਰ ਚੁੱਕੇ ਹਾਂ, ਨੰਬਰ ਆਫ ਐਟਮਸ ਆਫ ਈਚ ਟਾਈਪ ਬੈਲੈਂਸ ਕਰ ਚੁੱਕੇ ਹਾਂ, ਹੁਣ ਆਪਾਂ ਆਕਸੀਜਨ ਤੇ ਹਾਈਡਰੋਜਨ ਬੈਲੈਂਸ ਕਰਨੇ ਆ। ਸੋ ਆਕਸੀਜਨ ਬੈਲੈਂਸ ਕਰਨ ਦਾ ਤਰੀਕਾ ਕੀ ਹੁੰਦਾ ਹੈ? ਜਦੋਂ ਐਸਿਡਿਕ ਮੀਡੀਅਮ ਦੇ ਵਿੱਚ ਰਿਐਕਸ਼ਨ ਹੋ ਰਹੀ ਹੈ ਤਾਂ ਜਿਹੜੇ ਪਾਸੇ ਆਕਸੀਜਨ ਘੱਟ ਹੈ ਉਸ ਪਾਸੇ ਆਪਾਂ ਵਾਟਰ ਮੋਲੀਕਿਊਲ ਐਡ ਕਰਨੇ ਆ। ਸੋ ਰਿਐਕਟੈਂਟ ਵਾਲੇ ਪਾਸੇ 7 ਆਕਸੀਜਨ ਐਟਮ ਹੈ ਨਾ, ਆਪਾਂ ਪ੍ਰੋਡਕਟ ਵਾਲੇ ਪਾਸੇ 7 ਵਾਟਰ ਮੋਲੀਕਿਊਲ ਐਡ ਕਰ ਦੋ। ਠੀਕ ਹੈ, ਤਾਂ ਆਕਸੀਜਨ ਦੀ ਗਿਣਤੀ ਦੋਨੇ ਪਾਸੇ ਬਰਾਬਰ ਹੋ ਗਈ। ਦੈਨ ਬਚਦੀ ਹੈ ਗੱਲ ਹਾਈਡਰੋਜਨ ਦੀ। ਹੁਣ ਪ੍ਰੋਡਕਟ ਵਾਲੇ ਪਾਸੇ 14 ਹਾਈਡਰੋਜਨ ਐਟਮਸ ਹੈ, ਅਸੀਂ ਕੀ ਕਰਾਂਗੇ ਰਿਐਕਟੈਂਟ ਵਾਲੇ ਪਾਸੇ 14H ਪੋਜ਼ਿਟਿਵ ਐਡ ਕਰ ਦਵਾਂਗੇ। ਸੋ ਇਹਦੇ ਨਾਲ ਕੀ ਹੈ ਕਿ ਸਾਡੀ ਇਕੁਏਸ਼ਨ ਬੈਲੈਂਸ ਹੋ ਜਾਂਦੀ ਹੈ। ਹੁਣ ਅਸੀਂ ਇਹ ਕਿਵੇਂ ਕਨਫਰਮ ਕਰ ਲਈਏ ਕਿ ਸਾਡੀ ਇਕੁਏਸ਼ਨ ਬੈਲੈਂਸ ਹੋ ਗਈ ਹੈ? ਅਸੀਂ ਰੀਚੈਕ ਕਿਵੇਂ ਕਰ ਸਕਦੇ ਹਾਂ? ਸੋ ਉਹਦੇ ਲਈ ਮੈਂ ਤੁਹਾਨੂੰ ਦੱਸਿਆ ਹੈ ਕਿ ਦੋਨੇ ਪਾਸੇ ਚਾਰजेस ਦੇਖੋ। ਹੁਣ ਆਪਾਂ ਇੱਧਰ ਰਿਐਕਟੈਂਟ ਵਾਲੇ ਪਾਸੇ -2 ਚਾਰਜ ਹੈ, ਦੈਨ ਆਪਣੇ ਕੋਲੇ 14 ਪੋਜ਼ਿਟਿਵ ਹੈ, ਦੈਨ ਆਪਣੇ ਕੋਲੇ 12 ਪੋਜ਼ਿਟਿਵ ਹੈ। ਤਾਂ ਆਪਣੇ ਕੋਲੇ ਟੋਟਲ ਕਿੰਨੇ ਬਣ ਜਾਂਦੇ ਹੈ? ਇੱਥੇ ਆਪਣੇ ਕੋਲੇ ਆ ਜਾਂਦੇ ਹੈ ਟੋਟਲ 24 ਪੋਜ਼ਿਟਿਵ ਆ ਜਾਂਦੇ ਹੈ। ਦੈਨ ਹੁਣ ਆਪਣੇ ਕੋਲੇ ਪ੍ਰੋਡਕਟ ਵਾਲੇ ਪਾਸੇ ਦੇਖੋ 6 ਪੋਜ਼ਿਟਿਵ ਆ ਗਏ, ਦੈਨ 6 ਤੀਏ 18 ਪੋਜ਼ਿਟਿਵ ਆ ਗਏ। ਵਾਟਰ ਤਾਂ ਨਿਊਟਰਲ ਹੈ, ਸੋ 24 ਪੋਜ਼ਿਟਿਵ ਪ੍ਰੋਡਕਟ ਵਾਲੇ ਪਾਸੇ ਵੀ ਆ ਗਏ। ਜਦੋਂ ਆਪਣੇ ਕੋਲੇ ਨੰਬਰ ਆਫ ਚਾਰजेस ਰਿਐਕਟੈਂਟ ਔਰ ਪ੍ਰੋਡਕਟ ਵਾਲੇ ਪਾਸੇ ਦੋਨੋਂ ਪਾਸੇ ਬਰਾਬਰ ਹੋ ਜਾਂਦੇ ਆ ਨਾ, ਤਾਂ ਇਹ ਸਾਡੀ ਇਕੁਏਸ਼ਨ ਬੈਲੈਂਸ ਹੋ ਗਈ। ਇਸ ਨਾਲ ਅਸੀਂ ਇੱਕ ਤਰ੍ਹਾਂ ਰੀਚੈਕ ਕਰ ਲਿਆ। ਸੋ ਬੇਟਾ ਆਈ ਥਿੰਕ ਕਿ ਤੁਹਾਡੇ ਕੋਲੇ ਵੀ ਬੈਲੈਂਸ ਕਰਕੇ ਇਹੀ ਨਤੀਜਾ ਆ ਰਿਹਾ ਹੋਏਗਾ। ਤੋ ਜਿੰਨੀਆਂ ਵੀ ਬੇਟਾ ਬੈਲੈਂਸਿੰਗ ਦੀਆਂ ਇਕੁਏਸ਼ਨਸ ਤੁਹਾਡੇ ਕੋਲੇ ਟੈਕਸਟ ਬੁੱਕ ਦੇ ਵਿੱਚ ਅਵੇਲੇਬਲ ਹੈ ਪ੍ਰੈਕਟਿਸ ਵਾਸਤੇ, ਉਹਨਾਂ ਸਾਰਿਆਂ ਨੂੰ ਪ੍ਰੈਕਟਿਸ ਕਰੋ। ਹੁਣ ਆਪਾਂ ਸਿੱਖਦੇ ਹਾਂ ਕਿ ਜਦੋਂ ਆਪਣੇ ਕੋਲੇ ਬੇਸਿਕ ਮੀਡੀਅਮ ਦੇ ਵਿੱਚ ਰਿਡਾਕਸ ਰਿਐਕਸ਼ਨ ਦਿੱਤੀ ਜਾਂਦੀ ਹੈ ਤਾਂ ਉਹਨੂੰ ਬੈਲੈਂਸ ਕਰਨ ਦੇ ਕਿਹੜੇ ਸਟੈਪਸ ਹੈ। ਬੇਟੇ ਪਹਿਲੇ 3 ਸਟੈਪ ਸੇਮ ਹੋਣਗੇ। ਜਿਵੇਂ ਇੱਥੇ ਆ ਇਕੁਏਸ਼ਨ ਹੈ ਨਾ ਆਪਣੇ ਕੋਲੇ ਜ਼ਿੰਕ ਔਰ ਨਾਈਟ੍ਰੇਟ ਆਇਨ ਦੇ ਵਿਚਕਾਰ ਲਿਖੀ ਹੋਈ ਹੈ। ਪਹਿਲੇ ਸਟੈਪ ਦੇ ਵਿੱਚ ਆਪਾਂ ਸਾਰੇ ਐਟਮਸ ਦੀ ਆਕਸੀਡੇਸ਼ਨ ਸਟੇਟ ਲਿਖਾਂਗੇ। ਠੀਕ ਹੈ, ਫਿਰ ਦੂਸਰੇ ਸਟੈਪ 'ਚ ਅਸੀਂ ਇਹ ਦੇਖਾਂਗੇ ਕਿ ਕਿੱਥੇ ਆਕਸੀਡੇਸ਼ਨ ਸਟੇਟ ਘਟੀ ਹੈ, ਕਿੱਥੇ ਵਧੀ ਹੈ, ਔਰ ਤੀਜੇ ਸਟੈਪ 'ਚ ਅਸੀਂ ਆਕਸੀਡੇਸ਼ਨ ਸਟੇਟ ਨੂੰ ਬੈਲੈਂਸ ਕਰਾਂਗੇ। ਸੋ ਪਹਿਲੇ ਸਟੈਪ ਦੇ ਵਿੱਚ ਨਾਈਟ੍ਰੋਜਨ ਦੇ ਉੱਤੇ +5 ਸਾਡੇ ਕੋਲੇ ਆ ਗਈ, ਕੈਲਕੂਲੇਟ ਕਰਨੀ ਹੈ, ਔਰ ਅਮੋਨੀਅਮ ਦੇ ਉੱਤੇ ਨਾਈਟ੍ਰੋਜਨ ਦੀ ਆਕਸੀਡੇਸ਼ਨ ਸਟੇਟ -3 ਹੈ। ਕਿਵੇਂ? ਨਾਈਟ੍ਰੇਟ ਇਹਦੇ ਉੱਤੇ ਬੇਟਾ ਜੀ ਨਾਈਟ੍ਰੋਜਨ ਦੀ ਆਪਾਂ ਆਕਸੀਡੇਸ਼ਨ ਸਟੇਟ ਕੈਲਕੂਲੇਟ ਕਰ ਰਹੇ ਹਾਂ। x ਮੰਨ ਲਓ ਨਾਈਟ੍ਰੋਜਨ ਦੀ, ਆਕਸੀਜਨ ਦੀ -2 ਹੁੰਦੀ ਹੈ ਮਲਟੀਪਲਾਈਡ ਬਾਈ 3, ਓਵਰਆਲ ਇਟ ਇਜ਼ ਇਕੁਅਲ ਟੂ -1। ਸੋ x -6 is equal to -1. So -1 plus 6 and x becomes equal to +5. ਇਸੇ ਤਰੀਕੇ ਨਾਲ ਅਮੋਨੀਅਮ ਦੇ ਵਿੱਚ ਨਾਈਟ੍ਰੋਜਨ ਦੀ ਆਪਾਂ ਜਦੋਂ ਆਕਸੀਡੇਸ਼ਨ ਸਟੇਟ ਕੱਢਦੇ ਹਾਂ ਤਾਂ ਸਾਡੇ ਕੋਲੇ -3 ਆਕਸੀਡੇਸ਼ਨ ਸਟੇਟ ਆ ਜਾਂਦੀ ਹੈ। ਸੋ ਬੇਟੇ ਇਸ ਇਕੁਏਸ਼ਨ ਦੇ ਉੱਤੇ ਆਪਾਂ ਸਾਰੇ ਪੁਆਇੰਟਸ ਤੇ ਇਹ ਲਿਖ ਲੈਣੇ ਆ ਕਿ ਹਰ ਇੱਕ ਦੀ ਆਕਸੀਡੇਸ਼ਨ ਸਟੇਟ ਲਿਖ ਲੈਣੀ ਆਪਾਂ। ਠੀਕ ਹੈ, ਉਸ ਦੇ ਬਾਅਦ ਆਪਾਂ ਇਹ ਐਨਾਲਾਈਜ਼ ਕਰਨਾ ਹੈ ਕਿ ਕਿੰਨੀ ਆਪਣੇ ਕੋਲੇ ਚੇਂਜ ਆਈ ਹੈ ਆਕਸੀਡੇਸ਼ਨ ਸਟੇਟ ਦੇ ਵਿੱਚ, ਕੀ ਆਕਸੀਡੇਸ਼ਨ ਸਟੇਟ ਘਟੀ ਹੈ ਜਾਂ ਆਕਸੀਡੇਸ਼ਨ ਸਟੇਟ ਵਧੀ ਹੈ। ਸੋ ਇੱਥੇ ਸੈਕਿੰਡ ਸਟੈਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਜ਼ਿੰਕ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ, ਨੋਟ ਕਰੋ ਜ਼ਿੰਕ ਉਹ ਕਨਵਰਟ ਹੋ ਰਿਹਾ ਹੈ ਜ਼ਿੰਕ 2 ਪੋਜ਼ਿਟਿਵ ਦੇ ਵਿੱਚ, ਯਾਨੀ ਕਿ 0 ਤੋਂ +2 ਆਕਸੀਡੇਸ਼ਨ ਸਟੇਟ ਵਧੀ
इंक्रीज का मतलब है लॉस ऑफ इलैक्ट्रॉन, जिंक ने 2 इलैक्ट्रॉन लूज किए, ठीक है। नाइट्रोजन के केस च देखो +5 तो नाइट्रोजन जी है वो -3, यानी कितनी चेंज आई, +5 तो 0 तक 5 और 0 तो फिर थले -3, मतलब 8 पॉइंट्स की डिक्रीज आई, डिक्रीज बाय 8, ठीक है। सो नाइट्रोजन दे विच डिक्रीज ऑफ 8 और जिंक दे विच इंक्रीज ऑफ 2। जिंक ने 2 इलैक्ट्रॉन लूज किते, नाइट्रोजन ने 8 इलैक्ट्रॉन गेन किते। सो जे एक जिंक एटम 2 इलैक्ट्रॉन लूज कर रहे हैं, नाइट्रोजन ने 8 गेन किते है ना, तो किन्ने जिंक एटम आपां नूं चाहीदे है, ਆਪਾਂ बैलेंस करना है। सो ਆਪਾਂ जिंक ਨੂੰ ਜੇ 4 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਹੀ 8 ਇਲੈਕਟ੍ਰੋਨ ਪਹੁੰਚਣਗੇ ਇੱਧਰ ਨਾਈਟ੍ਰੋਜਨ ਕੋਲੇ, ਤਾਂ ਚੇਂਜ ਬੈਲੈਂਸ ਹੋ ਜਾਏਗੀ। 4 ਆਪਾਂ ਜ਼ਿੰਕ ਦੇ ਅੱਗੇ ਇੱਥੇ ਲਿਖ ਦਿੱਤਾ, ਜ਼ਿੰਕ ਦੇ 4 ਐਟਮਸ ਜਿਹੜੇ ਹੈ ਦੇ ਵਿਲ ਬੀ ਲੂਜ਼ਿੰਗ ਟੋਟਲ 8 ਇਲੈਕਟ੍ਰॉन्स ਜਿਹੜੇ ਕਿ ਨਾਈਟ੍ਰੋਜਨ ਨੂੰ 8 ਇਲੈਕਟ੍ਰॉन ਗੇਨ ਕਰਵਾਉਣਗੇ। ਸੋ ਇੱਥੇ ਆਪਣੇ ਕੋਲੇ ਨੈਕਸਟ ਸਟੈਪ ਦੇ ਵਿੱਚ ਅਸੀਂ ਦੇਖਦੇ ਹਾਂ कि सारे एटम्स बैलेंस करने, 4 जिंक है अपने कोले, ठीक है। इधर प्रोडक्ट वाले पासे भी आप जिंक के अगे 4 ऐड कर दिता, ठीक है। इत्थे कोएफिशिएंट आ गया 4। हुण आपां ऑक्सीजन बैलेंस करनी है। जदों बेसिक मीडियम है तो यह रूल याद रख लो, बेसिक मीडियम दे विच जेड़े पासे ऑक्सीजन घट है उत्थे आपां OH नेगेटिव आयन्स ऐड कर दो। सो अपने कोले इत्थे रिएक्टेंट वाले पासे तो ऑक्सीजन हैगी है, प्रोडक्ट वाले पासे अपने कोले ऑक्सीजन नहीं है। सो रिएक्टेंट वाले पासे NO3O3 यानी कि 3 OH नेगेटिव जिहड़े है आपां प्रोडक्ट वाले पासे लिख दिते। सो ऑक्सीजन बैलेंस हो गई। जदों आपां अगले स्टैप च हाइड्रोजन बैलेंस करनी है ना, बेसिक मीडियम दे विच यह रूल तुसीं चंगी तरह समझ लो कि जेड़े पासे हाइड्रोजन घट है उस पासे आपां वाटर मॉलिक्यूल ऐड करने हैं, और जिन्ने वाटर मॉलिक्यूल ऐड करांगे उन्ने ही OH मॉलिक्यूल दूजे पासे ऑपोजिट साइड ते ऐड करने पैने। आई एम रिपीटिंग। हुण इत्थे आपां स्टैप 5 दे विच देख रहे हैं कि साडे कोले प्रोडक्ट वाले पासे हाइड्रोजन है, ठीक है, प्रोडक्ट वाले पासे हाइड्रोजन है, रिएक्टेंट वाले पासे नहीं है। जिन्नियां हाइड्रोजन सानू चाहिए रिएक्टेंट वाले पासे असी उन्ने वाटर मॉलिक्यूल पावांगे। सो आ देखो इत्थे 5वें स्टैप च असी देख रहे हैं 4 हाइड्रोजन और 3 हाइड्रोजन, यानी 7 हाइड्रोजन सानू रिएक्टेंट वाले पासे चाहिए। सो असी रिएक्टेंट वाले पासे 7 वाटर मॉलिक्यूल ऐड करते। जिन्ने वाटर मॉलिक्यूल ऐड करांगे ऑपोजिट साइड ते उन्ने OH होर ऐड करने। सो इत्थे कुल मिला के OH किन्ने बन गए, इत्थे कुल मिला के 10 OH बन गए। सो दिस इज आवर बैलेंस्ड कैमिकल इक्वेशन। मैं तुहानू रीचैक करना दस्या होया है कि आपां अपना जवाब ठीक है, बैलेंसिंग ठीक है, किवें रीचैक कर सकते हैं। असी दोने पासे चार्जेस दी बैलेंसिंग देखते हैं कि की चार्जेस बैलेंस्ड है। हुण रिएक्टेंट वाले पासे जिंक 0 क्योंकि एलीमेंटल स्टेट च है, वाटर दी भी 0। सो इत्थे अपने कोले रिएक्टेंट वाले पासे केवल -1 चार्ज है। प्रोडक्ट वाले पासे देखो 8 पॉजिटिव जिंक दे हो गए, 4 जिंक 2 पॉजिटिव है ना, 4 दूनी 8, 8 पॉजिटिव हो गए। अमोनीयम दा 1 + 1 एंड 10 जेड़े अपने कोले OH नेगेटिव है, मतलब 10 नेगेटिव्स है। सो 10 नेगेटिव्स 9 पॉजिटिव्स, ओवरऑल -1 आ गया। सो आवर इक्वेशन इज बैलेंस्ड क्योंकि दोनों पासे चार्ज जिहड़ा है वो इक्वेट हो गया। सो इत्थे आपां बेटा बेसिक मीडियम दे विच अल्कलाइन मीडियम जिस तरह लिखा हुआ है एक रिएक्शन नू बैलेंस करने की कोशिश करांगे। एंड बेटा तुसी खुद पेंसिल पकड़ के इनू आप हेल्प करो किवें किवें बैलेंस करोगे। सो अपने कोले इक्वेशन दे विच CrOH थ्राइस प्लस IO3 - 1 gives rise to I- plus CrO4 2 नेगेटिव। सो अपना पहला स्टेप की हुंदा है कि असी सारियां दियां ऑक्सीडेशन स्टेट्स लिख लैंदे हैं। सो ऑक्सीडेशन स्टेट्स ਜਿਹੜੀਆਂ ਕਿਵੇਂ ਕੱਢੀ ਦੀਆਂ बेटा, ਜਿਵੇਂ CrOH थ्राइस ਦੇ ਵਿੱਚ ਆਪਾਂ क्रोमियम ਦੀ ਕੱਢਣੀ ਹੈ। सो क्रोमियम ਦੀ ऑक्सीडेशन स्टेट प्लस
ऑक्सीजन दी कितनी है -2। सो ऑक्सीजन दे आपां देख रहे हैं कि 3 एटम्स है, हाइड्रोजन दी जिहड़ी है +1 हुंदी है ते इहदे भी 3 एटम है। एवरीथिंग इक्वल टू पूरा इहदा जिहड़ा जोड़ है वो कादे बराबर हो जाता है 0 दे। सो क्रोमियम -6 + 3 इज इक्वल टू 0। सो क्रोमियम जिहड़ा है वो अपने को आ जाता है +3 दे बराबर। सो क्रोमियम दी ऑक्सीडेशन स्टेट +3। इसे तरीके नाल जदों आपां IO3-1 IO3-1 इहदे विच आयोडीन दी देखते हैं ना। सो आयोडीन दी ऑक्सीडेशन स्टेट जिहड़ी है वो इस तरीके नाल तुसीं कैलकुलेट कर सकते हो। आयोडीन -6 इज इक्वल टू -1, आयोडीन विल बी इक्वल टू yes it will be equal to +5। सो इत्थे आयोडीन की जिहड़ी ऑक्सीडेशन स्टेट है वो असीं +5 के बराबर लिख दिती। सो द पॉइंट इज कि बेटा आपां सारियां दियां ऑक्सीडेशन स्टेट्स जिहड़ियां वो कैलकुलेट कर लैने हैं, रिएक्टेंट वाले पासे भी ते प्रोडक्ट वाले पासे भी, ते असीं उन्हां नूं लिख के उसके बाद असी ये एनालाइज करना है कि किंदी किंदी ऑक्सीडेशन स्टेट घटी है, किंदी वधी है। सो जदों असी ऑक्सीडेशन स्टेट घटानी या वधानी है ना, तो ये चीज़ देखनी है भी जिंदी ऑक्सीडेशन स्टेट वधी है, ऑक्सीडेशन स्टेट वधन का मतलब की होया? ऑक्सीडेशन स्टेट वधन का मतलब ये होया कि इलैक्ट्रॉन्स का लॉस होया। और ऑक्सीडेशन स्टेट घटन का मतलब की होया? ऑक्सीडेशन स्टेट घटन का मतलब ये होंदा है कि इलैक्ट्रॉन गेन हुए। सो हुण इत्थे नोट करो कि क्रोमियम 3 पॉजिटिव तो क्रोमियम 6 पॉजिटिव बने। सो क्रोमियम 3 पॉजिटिव तो क्रोमियम 6 पॉजिटिव, इनका मतलब क्रोमियम ने 3 इलैक्ट्रॉन लूज किए। और आयोडीन के केस च देखो +5 तो आयोडीन जिहड़ी है -1। किन्ने पॉइंट्स की चेंज आई बेटा? +5 तो पहला 0 तक 5, फिर 0 तो एक होर थले। सो 6 पॉइंट्स इन दी ऑक्सीडेशन स्टेट जिहड़ी है वो 6 दे नाल डिक्रीज हुई है। ऑक्सीडेशन स्टेट घटन का मतलब है कि आयोडीन ने 6 इलैक्ट्रॉन गेन किए। ठीक है। सो आयोडीन ने 6 इलैक्ट्रॉन गेन किवें कीते? क्रोमियम ने तो 3 लूज किए हैं। सो इत्थों आपां नूं पता लगता है कि क्रोमियम 2 होने चाहिए हैं तां वो 6 इलैक्ट्रॉन लूज करनगे। सो असीं इत्थे क्रोमियम दे अगे कोएफिशिएंट पा दिता 2। सो इस 2 दे कोरस्पोंडिंगली नैक्सट इक्वेशन दे नैक्सट स्टैप दे विच जदों असीं सारे एटम्स बैलेंस करने हैं ना, तां असीं रिएक्टेंट वाले क्रोमियम तो प्रोडक्ट वाली साइड ते भी क्रोमियम दे अगे कोएफिशिएंट 2 ऐड कर दिता। हुण क्योंकि रिएक्शन बेसिक मीडियम च हो रही है, आपां ऑक्सीजन एटम्स बैलेंस करने हैं। सो इन्हां दोनां दे विचों जिहड़ी साइड ते ऑक्सीजन एटम्स घट है उन्ने आपां OH नेगेटिव ऐड करने हैं। सो स्टैप 3 दे विच देखो बेटा कि ऑक्सीजन एटम कुल मिला के किन्ने है। सो ऑक्सीजन एटम्स जिहड़े अपने कोले 6 तां CrOH3 दे विच हो गए ते 3 जिहड़े है वो आयोडेट कोले हो गए। दैन अपने कोले 8 जिहड़े हैं वो प्रोडक्ट वाली साइड ते है। रिएक्टेंट वाले पासे 9 है ते प्रोडक्ट वाले पासे 8 है। सो एक ऑक्सीजन एटम प्रोडक्ट वाले पासे घट सीगा, सो असी एक OH नेगेटिव इत्थे प्रोडक्ट वाले पासे ऐड कर दिता। हुण जदों आपां हाइड्रोजन एटम बैलेंस करने हैं तां असी वाटर मॉलिक्यूल्स नूं जिहड़ा ऐड करते हैं। वाटर मॉलिक्यूल असी किहड़े पासे ऐड कर रहे हैं ये देखो, क्योंकि असी हाइड्रोजन एटम बैलेंस करने हैं। सो हाइड्रोजन एटम जिहड़े रिएक्टेंट वाले पासे स्टैप 4 दे विच देखो, रिएक्टेंट वाले पासे 6 हाइड्रोजन एटम है और प्रोडक्ट वाले पासे केवल 1 हाइड्रोजन एटम है। सो 5 हाइड्रोजन असी बैलेंस करन दे लई 5 वाटर मॉलिक्यूल प्रोडक्ट वाले पासे करते। जिन्ने प्रोडक्ट वाले पासे असी वाटर मॉलिक्यूल ऐड करते हैं उन्ने ही वाटर मॉलिक्यूल सानू उन्ने ही OH नेगेटिव जिहड़े हैं वो सानू रिएक्टेंट वाले पासे ऐड करने पैणगे। ऑपोजिट साइड ते OH एटम्स जिहड़े OH माइनस जिहड़े हैं वो आपां उन्ने ही ऑपोजिट साइड ते ऐड करांगे। सो इत्थे अपने कोले की बन जांदा है, हुण ध्यान नाल देखो
कि असी 5 वाटर मॉलिक्यूल रिएक्टेंट वाले पासे ऐड किते, सो एज अ रिजल्ट साडे कोले सारी इक्वेशन बैलेंस हो जाएगी। 5 OH नेगेटिव रिएक्टेंट वाले सी ते एक प्रोडक्ट वाले पासे सी, ते इन्हां नूं जदों असी काउंटर बैलेंस करांगे तो इट विल बी 5 - 1 4 OH नेगेटिव ऑन रिएक्टेंट साइड। सो हुण दोनों रिएक्टेंट और प्रोडक्ट साइड ते चार्जेस देखो, चार्जेस आर इक्वल एंड हैंस our equation is balanced. So second method of balancing redox reactions is ion electron method, ਜਿਹਨੂੰ ਆਪਾਂ half reaction method ਵੀ ਕਹਿੰਦੇ ਹਾਂ। ਸੋ ਹਾਫ ਰਿਐਕਸ਼ਨ ਮੈਥਡ ਜਾਂ ਆਇਨ ਇਲੈਕਟ੍ਰੋਨ ਮੈਥਡ ਦੇ ਵਿੱਚ ਜਿਵੇਂ ਇਹਨਾਂ ਦਾ ਨਾਮ ਹੀ ਕਹਿੰਦਾ ਹੈ ਕਿ ਅਸੀਂ ਇੱਥੇ ਜੋ ਵੀ ਰਿਡੌਕਸ ਰਿਐਕਸ਼ਨ ਜਿਹਨੂੰ ਬੈਲੈਂਸ ਕਰਨਾ ਹੈ ਨਾ, ਉਹਨੂੰ ਅਸੀਂ ਦੋ ਹਾਫ ਰਿਐਕਸ਼ਨਸ ਦੀ ਸ਼ਕਲ 'ਚ ਲਿਖ ਲਵਾਂਗੇ। ਇੱਕ ਹੋਏਗੀ ਆਕਸੀਡੇਸ਼ਨ ਹਾਫ ਰਿਐਕਸ਼ਨ ਤੇ ਦੂਸਰੀ ਹੋਏਗੀ ਰਿਡਕਸ਼ਨ ਹਾਫ ਰਿਐਕਸ਼ਨ। ਇਹ ਬੈਲੈਂਸਿੰਗ ਸਿੱਖਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਆਕਸੀਡਾਈਜ਼ਿੰਗ ਏਜੰਟ ਤੇ ਰਿਡਿਊਸਿੰਗ ਏਜੰਟ ਦੀ ਆਇਡੈਂਟੀਫਿਕੇਸ਼ਨ, ਪਛਾਣ ਕਿਵੇਂ ਕਰਨੀ ਹੈ, ਉਹਦੀ ਪ੍ਰੈਕਟਿਸ ਕਰ ਲਈਏ। ਸੋ ਆਪਾਂ ਨੂੰ ਇੱਥੇ ਇਹ ਜਾਣਨਾ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਕਿਹੜਾ ਆਕਸੀਡਾਈਜ਼ਿੰਗ ਏਜੰਟ ਹੈ ਔਰ ਕਿਹੜਾ ਰਿਡਿਊਸਿੰਗ ਏਜੰਟ ਹੈ। ਆਇਡੈਂਟੀਫਾਈ ਕਿਵੇਂ ਕਰਨਾ ਹੈ? ਹੁਣ ਆਕਸੀਡੇਸ਼ਨ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਪੋਜ਼ਿਟਿਵ ਚਾਰਜ ਵਧੇ ਜਾਂ ਨੈਗੇਟਿਵ ਚਾਰਜ ਘਟੇ ਉਹਨੂੰ ਆਪਾਂ ਆਕਸੀਡੇਸ਼ਨ ਕਹਿੰਦੇ ਆ। ਹੁਣ ਫॉर एग्जांपल इस गिवन रिडॉक्स रिएक्शन ਦੇ ਵਿੱਚ ਜੇ ਆਪਾਂ ਹਾਈਡਰੋਜਨ ਆਕਸੀਜਨ ਛੋੜ ਦਈਏ ਤਾਂ ਆਪਾਂ ਦੇਖ ਰਹੇ ਹਾਂ ਕਿ ਸਲਫਰ ਜਿਹੜੀ ਹੈ ਉਹ -2 ਤੋਂ 0, ਸੋ ਨੈਗੇਟਿਵ ਜਿਹੜਾ ਹੈ ਘਟ ਰਿਹਾ ਹੈ। ਨੈਗੇਟਿਵ ਘਟਣ ਦਾ ਮਤਲਬ ਹੈ ਆਕਸੀਡੇਸ਼ਨ। ਨਾਈਟ੍ਰੋਜਨ +5 ਤੋਂ ਘਟ ਕੇ +2, ਸੋ ਪੋਜ਼ਿਟਿਵ ਦੇ ਘਟਣ ਦਾ ਮਤਲਬ ਹੈ ਰਿਡਕਸ਼ਨ। ਠੀਕ ਹੈ, ਸੋ ਇੱਥੇ H2S ਜਿਹੜਾ ਹੈ ਉਹ ਇੱਕ ਰਿਡਿਊਸਿੰਗ ਏਜੰਟ ਦਾ ਕੰਮ ਕਰ ਰਿਹਾ ਹੈ ਕਿਉਂਕਿ ਉਹਦੇ ਵਿੱਚ ਰਿਡਿਊਸਿੰਗ ਏਜੰਟ ਜਿਹੜਾ ਹੈ ਉਹ ਦੂਜੇ ਨੂੰ ਰਿਡਿਊਸ ਕਰਦਾ ਹੈ, ਖੁਦ ਨੂੰ ਆਕਸੀਡਾਈਜ਼ ਕਰ ਲੈਂਦਾ ਹੈ। ਸੋ H2S ਇਜ਼ ਰਿਡਿਊਸਿੰਗ ਏਜੰਟ। ਪਰ ਜਿਹੜਾ ਨਾਈਟ੍ਰੇਟ ਹੈ ਉਹ ਇੱਕ ਆਕਸੀਡਾਈਜ਼ਿੰਗ ਏਜੰਟ ਹੈ। ਆਕਸੀਡਾਈਜ਼ਿੰਗ ਏਜੰਟ ਕੀ ਹੁੰਦਾ ਹੈ? ਜੋ ਦੂਸਰੇ ਨੂੰ ਆਕਸੀਡਾਈਜ਼ ਕਰੇ ਪਰ ਖੁਦ ਨੂੰ ਕੀ ਕਰੇ? ਰਿਡਿਊਸ। ਸੋ +5 ਤੋਂ +2 ਇਹ ਡਿਕਰੀਜ਼ ਇਨ ਪੋਜ਼ਿਟਿਵ। ਡਿਕਰੀਜ਼ ਇਨ ਪੋਜ਼ਿਟਿਵ ਦਾ ਮਤਲਬ ਹੁੰਦਾ ਹੈ ਰਿਡਕਸ਼ਨ। ਸੋ ਰਿਡਕਸ਼ਨ ਕਿੰਦੇ ਵਿੱਚ ਹੋ ਰਹੀ ਹੈ? NO3- ਦੇ ਵਿੱਚ। ਆਕਸੀਡਾਈਜ਼ਿੰਗ ਏਜੰਟ is the one which oxidizes others but reduces itself, ਆਪਣੇ ਆਪ ਨੂੰ ਰਿਡਿਊਸ ਕਰ ਲੇ। ਹੁਣ ਇਸੇ ਤਰ੍ਹਾਂ ਦੂਸਰੀ ਇਕੁਏਸ਼ਨ ਦੇ ਵਿੱਚ ਦੇਖੋ, ਮੈਂਗਨੀਜ਼ ਦੇ ਕੇਸ 'ਚ +4 ਤੋਂ +2, so this is decrease in positive. Decrease in positive means reduction. ਇਹ ਚੀਜ਼ ਯਾਦ ਰੱਖੋ। ਬ੍ਰੋਮਾਈਡ ਦੇ ਕੇਸ 'ਚ Br -1 ਤੋਂ 0 ਹੋ ਗਿਆ। ਜਦੋਂ ਨੈਗੇਟਿਵ ਡਿਕਰੀਜ਼ ਹੋ ਰਿਹਾ ਨਾ ਤਾਂ ਉਹਦਾ ਮਤਲਬ ਹੈ ਆਕਸੀਡੇਸ਼ਨ। ਸੋ ਆਕਸੀਡੇਸ਼ਨ ਜਿੰਦੇ 'ਚ ਹੋ ਰਹੀ ਹੈ ਉਹ ਰਿਡਿਊਸਿੰਗ ਏਜੰਟ ਹੈ, ਬਿਕੋਜ਼ ਰਿਡਿਊਸਿੰਗ ਏਜੰਟ ਰਿਡਿਊਸਿਸ ਅਦਰਸ and oxidizes itself. So here MnO2, it is acting as oxidizing agent because oxidizing agent ਨੇ HBr ਨੂੰ ਦੂਜੇ ਨੂੰ ਆਕਸੀਡਾਈਜ਼ ਕਰਤਾ ਪਰ ਖੁਦ ਆਪਣੇ ਆਪ ਨੂੰ ਰਿਡਿਊਸ ਕਰਤਾ। ਸੋ ਇਸ ਤਰੀਕੇ ਨਾਲ ਸਾਨੂੰ ਇਹ ਯਾਦ ਰੱਖਣਾ ਹੈ, ਪਛਾਨਣਾ ਆਣਾ ਬਹੁਤ ਜ਼ਰੂਰੀ ਹੈ ਵੀ ਆਕਸੀਡੇਸ਼ਨ ਦਾ ਮਤਲਬ ਹੈ ਲਾਸ ਆਫ ਇਲੈਕਟ੍ਰੋਨ। ਇਹ ਆਪਾਂ ਕਿਹਦੇ ਦੁਆਰਾ ਪਛਾਣ ਸਕਦੇ ਹਾਂ? ਜੇ ਪੋਜ਼ਿਟਿਵ ਚਾਰਜ ਵੱਧ ਰਿਹਾ ਹੈ ਜਾਂ ਨੈਗੇਟਿਵ ਚਾਰਜ ਘਟ ਰਿਹਾ ਹੈ। ਜੇ ਇਸ ਤੋਂ ਉਲਟ ਹੋ ਗਿਆ ਮਤਲਬ ਪੋਜ਼ਿਟਿਵ ਚਾਰਜ ਘਟੇ ਤੇ ਨੈਗੇਟਿਵ ਚਾਰਜ ਵਧੇ, ਉੱਥੇ ਆਪਾਂ ਕਹਿੰਦੇ ਆ ਰਿਡਕਸ਼ਨ ਹੋ ਰਹੀ ਹੈ। ਹੁਣ ਆਪਾਂ ਆਨੇ ਆ ਪ੍ਰੋਪਰਲੀ ਕੁਝ ਸਟੈਪਸ ਨੋਟ ਕਰਦੇ ਆ ਜਿਹੜੇ ਕਿ ਆਪਾਂ ਬੈਲੈਂਸਿੰਗ ਆਫ ਰਿਡੌਕਸ ਰਿਐਕਸ਼ਨ ਬਾਏ ਹਾਫ ਰਿਐਕਸ਼ਨ ਮੈਥਡ ਜਾਂ ਆਇਨ ਇਲੈਕਟ੍ਰੋਨ ਮੈਥਡ ਦੇ ਵਿੱਚ ਜਿਹੜੇ ਅਸੀਂ ਸਟੈਪਸ ਫੋਲੋ ਕਰਨੇ ਆ। ਸੋ ਪਹਿਲਾ ਸਟੈਪ ਹੈ ਕਿ ਜੋ ਵੀ ਰਿਐਕਟੈਂਟਸ ਹੈਗੇ ਆ ਜਾਂ ਪ੍ਰੋਡਕਟਸ ਹੈ ਉਹਨਾਂ ਸਾਰਿਆਂ ਦੇ ਅਗੇਂਸਟ ਉਹਨਾਂ ਦੇ ਆਕਸੀਡੇਸ਼ਨ ਨੰਬਰਸ ਲਿਖ ਦਿਓ। ਠੀਕ ਹੈ, ਫਿਰ ਇਹ ਪਹਿਚਾਨ ਕਰੋ, ਫਾਈਂਡ ਦ ਸਬਸਟੈਂਸ ਜਿਹੜਾ ਆਕਸੀਡਾਈਜ਼ ਹੋ ਰਿਹਾ ਹੈ ਜਾਂ ਜਿਹੜਾ ਰਿਡਿਊਸ ਹੋ ਰਿਹਾ ਹੈ। ਫਿਰ ਤੀਸਰਾ ਸਟੈਪ ਇਹ ਹੈ ਕਿ ਹਾਫ ਰਿਐਕਸ਼ਨਸ ਲਿਖੋ, ਅਲੱਗ-ਅਲੱਗ, ਆਕਸੀਡੇਸ਼ਨ ਵਾਸਤੇ ਅਲੱਗ ਲਿਖਣੀ ਹੈ, ਰਿਡਕਸ਼ਨ ਵਾਸਤੇ ਅਲੱਗ ਲਿਖਣੀ ਹੈ। ਚੌਥਾ ਸਟੈਪ ਹੈ ਕਿ ਐਟਮਸ ਬੈਲੈਂਸ ਕਰੋ ਪਹਿਲਾਂ।
ठीक है, हाफ रिएक्शंस ਦੇ ਵਿੱਚ। ਫਿਰ ਆਪਾਂ ਜਿੰਨੇ ਇਲੈਕਟ੍ਰੋਨ ਟ੍ਰਾਂਸਫਰ ਹੋ ਰਹੇ ਆ ਨਾ ਉਹਨਾਂ ਨੂੰ ਬੈਲੈਂਸ ਕਰੋ, ਠੀਕ। ਦੈਨ ਦੋਨੋਂ ਹਾਫ ਰਿਐਕਸ਼ਨਸ ਨੂੰ ਕੰਬਾਈਨ ਕਰ ਦੋ ਤੇ ਬਾਕੀ ਦੇ ਐਟਮਸ ਨੂੰ ਵੀ ਬੈਲੈਂਸ ਕਰ ਦੋ, ਠੀਕ ਹੈ। ਲਾਸਟ ਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਜਦੋਂ ਦੋਨੋਂ ਹਾਫ ਰਿਐਕਸ਼ਨਸ ਨੂੰ ਕੰਬਾਈਨ ਕਰਦੇ ਆ ਨਾ ਕਿ ਦੋਨੇ ਪਾਸੇ ਰਿਐਕਟੈਂਟ ਔਰ ਪ੍ਰੋਡਕਟ ਵਾਲੇ ਪਾਸੇ ਐਟਮਸ ਤੇ ਚਾਰਜ ਦੋਨੇ ਬੈਲੈਂਸ ਹੋ ਜਾਣ, ਠੀਕ ਹੈ। ਇਹਨੂੰ ਬੇਟੇ ਆਪਾਂ ਪ੍ਰੈਕਟਿਸ ਦੇ ਨਾਲ ਥੋੜਾ ਜਿਹਾ ਬੈਟਰ ਸਮਝ ਸਕਦੇ ਹਾਂ। ਜਿਵੇਂ ਇੱਥੇ ਇੱਕ ਐਗਜ਼ਾਮਪਲ ਲਿੱਤੀ ਗਈ ਹੈ ਆਇਨ ਇਲੈਕਟ੍ਰੋਨ ਮੈਥਡ ਨੂੰ ਸਮਝਾਉਣ ਦੇ ਲਈ। ਇਹ ਐਗਜ਼ਾਮਪਲ ਹੈ ਕਿ ਆਪਾਂ ਨੂੰ ਇਕੁਏਸ਼ਨ ਦਿੱਤੀ ਗਈ ਹੈ ਫਾਸਫੋਰਸ ਪਲਸ OH ਮਾਈਨਸ gives rise to phosphine PH3 plus H2PO2 minus। ਸੋ ਇਹਦੇ ਵਿੱਚ ਬੇਟਾ ਆਪਾਂ ਪਹਿਲਾ ਸਟੈਪ ਕੀ ਕਰਦੇ ਹਾਂ, ਪਹਿਲਾ ਸਟੈਪ ਹੈ ਆਪਾਂ ਇਹਨਾਂ ਦੇ ਆਕਸੀਡੇਸ਼ਨ ਨੰਬਰਸ ਲਿਖਦੇ ਹਾਂ। ਸੋ ਫਾਸਫੋਰਸ ਦਾ ਆਕਸੀਡੇਸ਼ਨ ਨੰਬਰ ਇਜ਼ 0, ਰਿਐਕਟੈਂਟ ਵਾਲੇ ਪਾਸੇ ਇਟ ਇਜ਼ 0। ਪ੍ਰੋਡਕਟ ਵਾਲੇ ਪਾਸੇ ਦੇਖੋ ਫਾਸਫੀਨ ਦੇ ਵਿੱਚ -3 ਔਰ H2PO2 ਮਾਈਨਸ ਦੇ ਵਿੱਚ ਇਹਦੇ ਚ ਆ ਜਾਏਗਾ ਆਪਣੇ ਕੋਲੇ +1। ਇੱਕ ਵਾਰੀ ਬੇਟਾ ਜਿਹੜੇ ਬੱਚੇ ਸਮਝਣਾ ਚਾਹੁੰਦੇ ਆ ਕਿ ਕਿਵੇਂ ਆਕਸੀਡੇਸ਼ਨ ਨੰਬਰ ਕੈਲਕੂਲੇਟ ਕਰੀਦਾ, ਇੱਕ ਵਾਰੀ ਫੇਰ ਦੇਖ ਲਓ। H2PO2 ਮਾਈਨਸ ਇਹਦੇ ਚੋਂ ਆਪਾਂ ਫਾਸਫੋਰਸ ਦਾ ਕੱਢਣਾ ਹੈ। ਸੋ ਹਾਈਡਰੋਜਨ ਦਾ +1 ਇੰਟੂ 2 ਪਲੱਸ ਫਾਸਫੋਰਸ ਦਾ ਸਾਨੂੰ ਨਹੀਂ ਪਤਾ, ਆਕਸੀਜਨ ਦਾ ਹੁੰਦਾ ਹੈ -2 ਇੰਟੂ 2, everything becomes equal to -1। So 2 plus phosphorus -4 is equal to -1, phosphorus -2 is equal to -1, phosphorus is equal to -1 plus 2 and phosphorus becomes equal to +1। So ਇਸ ਤਰੀਕੇ ਨਾਲ ਹੀ ਆਪਾਂ ਫਾਸਫੀਨ ਦੇ ਕੇਸ ਦੇ ਵਿੱਚ ਵੀ PH3 ਦੇ ਵਿੱਚੋਂ ਦੀ ਅਸੀਂ ਇਹ ਦੇਖਦੇ ਹਾਂ कि ਫਾਸਫੋਰਸ ਦਾ ਅਸੀਂ ਕੱਢਣਾ ਹੈ ਹਾਈਡਰੋਜਨ +1 ਇੰਟੂ 3, that everything ਪੂਰਾ ਐਲਜੈਬਰਿਕ ਸਮ will become equal to 0। ਸੋ ਫਾਸਫੋਰਸ ਦੀ ਆ ਜਾਂਦੀ ਹੈ ਇੱਥੇ ਆਪਣੇ ਕੋਲੇ -3। ਪੋਰਸ ਦੇ ਕੇਸ 'ਚ ਜਦੋਂ ਉਹ ਫਾਸਫੀਨ 'ਚ ਕਨਵਰਟ ਹੋ ਰਿਹਾ ਹੈ ਤਾਂ ਅਸੀਂ ਇੱਥੇ ਦੇਖਦੇ ਹਾਂ ਕਿ 0 ਤੋਂ -3, ਜਦੋਂ ਕਿਸੇ ਦੀ ਸਟੇਟ 0 ਤੋਂ -3 ਮਤਲਬ देयर इज गेन ऑफ इलेक्ट्रॉन, दैट मीन्स ਇੱਥੇ ਰਿਡਕਸ਼ਨ ਹੋ ਰਹੀ ਹੈ। ਔਰ ਜਦੋਂ ਅਸੀਂ ਫਾਸਫੋਰਸ ਤੋਂ +1, 0 ਤੋਂ +1 ਇਸ ਸਿਚੁਏਸ਼ਨ 'ਚ ਦੇਖਦੇ ਹਾਂ ਤਾਂ ਇੱਥੇ ਸਾਨੂੰ ਆਕਸੀਡੇਸ਼ਨ ਕਲੀਅਰ ਨਜ਼ਰ ਆ ਰਹੀ ਹੈ। ਸੋ ਸੈਕਿੰਡ ਜਿਹੜਾ ਸਾਡਾ ਸਟੈਪ ਹੈ ਕਿ ਅਸੀਂ ਦੋਨੋਂ ਇਕੁਏਸ਼ਨਸ ਨੂੰ ਮਤਲਬ ਆਕਸੀਡੇਸ਼ਨ ਤੇ ਰਿਡਕਸ਼ਨ ਨੂੰ ਅਸੀਂ ਸੈਪਰੇਟਲੀ ਲਿਖ ਲੈਣਾ ਪਹਿਲਾਂ। ਸੋ ਆਕਸੀਡੇਸ਼ਨ ਇੱਥੇ ਆਪਣੀ ਕੀ ਬਣੀ, ਹਾਈਡਰੋਜਨ ਤੋਂ H2PO2 ਮਾਈਨਸ, ਠੀਕ। ਔਰ ਰਿਡਕਸ਼ਨ ਕੀ ਬਣੀ, ਫਾਸਫੋਰਸ ਤੋਂ ਫਾਸਫੀਨ ਬਣ ਗਈ। ਸੋ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਆਪਾਂ ਸੈਪਰੇਟਲੀ ਬੈਲੈਂਸ ਕਰਨਾ ਹੈ। ਸੋ ਪਹਿਲੇ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਆਕਸੀਡੇਸ਼ਨ ਹੋ ਰਹੀ ਹੈ, ਫਾਸਫੋਰਸ ਤੋਂ H2PO2 ਮਾਈਨਸ ਬਣ ਰਿਹਾ ਹੈ। ਸੋ ਇਸ ਇਕੁਏਸ਼ਨ ਨੂੰ ਆਪਾਂ ਬੈਲੈਂਸ ਕਿਵੇਂ ਕਰਨਾ ਹੈ, ਫਾਸਫੋਰਸ ਤੋਂ H2PO2 ਮਾਈਨਸ 1, ਓਕੇ। ਸੋ ਇੱਥੇ ਹੈ ਆਪਣੇ ਕੋਲੇ 0 ਤੇ ਇੱਥੇ ਹੈ ਆਪਣੇ ਕੋਲੇ +1। ਫਾਸਫੋਰਸ ਨੇ ਇੱਕ ਇਲੈਕਟ੍ਰੋਨ ਲੂਜ਼ ਕੀਤਾ ਤਾਂ ਹੀ ਇਹਦੀ ਆਹ ਆਕਸੀਡੇਸ਼ਨ ਸਟੇਟ ਬਣੀ। ਸੋ ਇੱਥੇ ਆਪਾਂ +1 ਲਿਖਤਾ। ਹੁਣ ਇਸ ਪਾਸੇ ਦੇਖੋ, ਇੱਧਰਲੇ ਪਾਸੇ ਆਪਣੇ ਕੋਲੇ ਕਿੰਨਾ ਟੋਟਲ ਚਾਰਜ ਹੈ, ਪਹਿਲੇ ਇਹ ਚੀਜ਼ ਦੇਖਣੀ ਜ਼ਰੂਰੀ ਹੈ। ਸੋ ਟੋਟਲ ਚਾਰਜ ਜੋ ਸਾਨੂੰ ਸਮਝ ਆਉਂਦਾ ਹੈ ਦੈਟ ਇਜ਼ ਕਿ ਇੱਕ ਤਾਂ ਮਾਈਨਸ ਦਾ ਹੈਗਾ ਆਪਣੇ ਕੋਲੇ, ਇੱਕ ਨੈਗੇਟਿਵ ਚਾਰਜ ਹੈਗਾ ਆਪਣੇ ਕੋਲੇ H2PO2 ਦੇ ਉੱਤੇ। ਸੋ -1 ਇਹਦਾ ਹੋ ਗਿਆ ਤੇ ਇੱਕ ਇਲੈਕਟ੍ਰੋਨ ਦਾ ਹੋ ਗਿਆ। ਸੋ ਟੋਟਲ ਆਪਣੇ ਕੋਲੇ -2 ਇੱਧਰਲੇ ਪਾਸੇ ਚਾਰजेस ਹੈਗੇ। ਰਿਐਕਟੈਂਟ ਵਾਲੇ ਪਾਸੇ ਸਾਡੇ ਕੋਲੇ ਕੋਈ ਨੈਗੇਟਿਵ ਚਾਰਜ ਨਹੀਂ ਹੈ। ਸੋ ਵਾਟ ਵੀ ਡੂ, ਅਸੀਂ P + 2OH ਨੈਗੇਟਿਵ, ਇਹਦੇ ਨਾਲ ਚਾਰजेस ਬੈਲੈਂਸ ਹੋ ਗਏ ਦੋਨੋਂ ਪਾਸੇ। ਇੱਧਰ ਵੀ 2 ਨੈਗੇਟਿਵ ਚਾਰਜ ਸੀ, ਸੋ ਰਿਐਕਟੈਂਟ ਵਾਲੇ ਪਾਸੇ ਵੀ 2 ਨੈਗੇਟਿਵ ਚਾਰਜ ਆ ਗਏ। ਸੋ ਆਪਾਂ ਇਸ ਇਕੁਏਸ਼ਨ ਨੂੰ ਪਹਿਲਾਂ ਐਟਮਸ ਬੈਲੈਂਸ ਕੀਤੇ ਹੈ ਤੇ ਹੁਣ ਆਪਾਂ ਚਾਰजेस ਬੈਲੈਂਸ ਕਰ ਰਹੇ ਹਾਂ, ਠੀਕ ਹੈ ਜੀ। ਸੋ ਦੂਸਰੇ ਕੇਸ ਦੇ ਵਿੱਚ ਜਿਹੜਾ ਸਾਡੇ ਕੋਲੇ ਰਿਡਕਸ਼ਨ ਵਾਲਾ ਕੇਸ ਹੈ ਜਿੱਥੇ ਫਾਸਫੋਰਸ ਇਜ਼ ਬੀਇੰਗ ਕਨਵਰਟਡ ਇਨਟੂ PH3, ਉੱਥੇ ਆਪਾਂ ਇਹ ਦੇਖਦੇ ਹਾਂ ਸੋ 0 ਆਕਸੀਡੇਸ਼ਨ ਸਟੇਟ ਤੋਂ -3 ਆਕਸੀਡੇਸ਼ਨ ਸਟੇਟ ਬਣ ਗਈ।
ਸੋ ਫਾਸਫੋਰਸ ਤੋਂ ਜੇ -3 0 ਤੋਂ -3 ਤਾਂ ਬਣੇਗਾ ਜੇ 3 ਇਲੈਕਟ੍ਰੋਨ ਫਾਸਫੋਰਸ ਨੇ ਗੇਨ ਕੀਤੇ। ਠੀਕ ਹੈ, ਹੁਣ ਤੁਸੀਂ ਧਿਆਨ ਨਾਲ ਦੇਖੋ ਇਸ ਇਕੁਏਸ਼ਨ ਦੇ ਵਿੱਚ ਅਸੀਂ ਇਲੈਕਟ੍ਰੋਨਸ ਤਾਂ ਆਕਸੀਡੇਸ਼ਨ ਰਿਡਕਸ਼ਨ ਦੀ ਟਰਮ ਦੇ ਵਿੱਚ ਆਪਾਂ ਲਿਖਤੇ ਵੀ ਇੱਥੇ ਰਿਡਕਸ਼ਨ ਹੋ ਰਹੀ ਹੈ, ਇਹਨੇ 3 ਇਲੈਕਟ੍ਰੋਨ ਗੇਨ ਕੀਤੇ। ਇਸ ਰਿਐਕਟੈਂਟ ਵਾਲੇ ਪਾਸੇ 3 ਨੈਗੇਟਿਵ ਚਾਰजेस ਹੈ ਇਲੈਕਟ੍ਰੋਨ ਦੇ ਤੇ ਇਧਰਲੇ ਪਾਸੇ ਨਿਊਟਰਲ ਹੈ, ਕੋਈ ਚਾਰਜ ਨਹੀਂ ਹੈ। ਸੋ ਪ੍ਰੋਡਕਟ ਵਾਲੇ ਪਾਸੇ 3 OH- ਦੇ ਇਹ ਐਡ ਕਰਨੇ ਪੈਣਗੇ ਆਪਾਂ ਨੂੰ। ਸੋ ਹੁਣ ਆਪਾਂ ਇੱਥੇ ਕਲੀਅਰਲੀ ਦੇਖ ਸਕਦੇ ਹਾਂ ਕਿ ਜਿਹੜੀਆਂ ਦੋ ਹਾਫ ਰਿਐਕਸ਼ਨਸ ਅਸੀਂ ਬਣਾਈਆਂ, ਪਹਿਲੀ ਹਾਫ ਰਿਐਕਸ਼ਨ ਦੇ ਵਿੱਚ ਰਿਐਕਟੈਂਟ ਵਾਲੇ ਪਾਸੇ 2 OH- ਔਰ ਜਿਹੜੀ ਦੂਜੀ ਹਾਫ ਰਿਐਕਸ਼ਨ ਅਸੀਂ ਬਣਾਈ ਹੈ ਉਹਦੇ ਵਿੱਚ ਸਾਡੇ ਕੋਲੇ ਪ੍ਰੋਡਕਟ ਵਾਲੇ ਪਾਸੇ 3 OH- ਆ ਗਏ। ਠੀਕ ਹੈ, ਹੁਣ ਇਸ ਪ੍ਰੋਡਕਟ ਵਾਲੇ ਪਾਸੇ ਜਿਹੜਾ ਆਪਾਂ ਕਹਿ ਰਹੇ ਹਾਂ 3 OH ਅਸੀਂ ਐਡ ਕੀਤੇ ਹੈ ਤਾਂ ਕਿ ਚਾਰਜ ਬੈਲੈਂਸ ਹੋ ਜੇ। ਹੁਣ ਇਹਨਾਂ ਦੇ ਵਿੱਚ ਕੀ ਐਟਮਸ ਬੈਲੈਂਸਡ ਹੈਗੇ, ਪ੍ਰੋਡਕਟ ਵਾਲੇ ਪਾਸੇ ਆਪਾਂ ਨੂੰ ਹਾਈਡਰੋਜਨ ਤੇ ਆਕਸੀਜਨ ਦੋਨੋਂ ਹੀ ਨਜ਼ਰ ਆ ਰਹੇ ਹੈ, ਰਿਐਕਟੈਂਟ ਵਾਲੇ ਪਾਸੇ ਨਾ ਹਾਈਡਰੋਜਨ ਹੈ ਨਾ ਹੀ ਆਕਸੀਜਨ ਹੈ। ਸੋ ਇਹਨੂੰ ਆਪਾਂ ਕਿਵੇਂ ਬੈਲੈਂਸ ਕਰਨਾ ਹੈ, ਇਹਨੂੰ ਆਪਾਂ ਜਦੋਂ ਬੈਲੈਂਸ ਕਰਦੇ ਆ ਨਾ ਤਾਂ ਆਪਣੇ ਕੋਲੇ 3 ਵਾਟਰ ਮੋਲੀਕਿਊਲ ਅਸੀਂ ਲੈਫਟ ਹੈਂਡ ਸਾਈਡ ਤੇ ਐਡ ਕਰਾਂਗੇ ਤਾਂ ਕਿ ਆਕਸੀਜਨ ਤੇ ਹਾਈਡਰੋਜਨ ਐਟਮ ਜਿਹੜੇ ਹੈ ਉਹ ਬੈਲੈਂਸ ਹੋ ਜਾਣ। ਸੋ ਇਹ ਕਿਵੇਂ 3 ਵਾਟਰ ਮੋਲੀਕਿਊਲ ਮੈਂ ਡਿਸਾਈਡ ਕੀਤੇ, ਦੇਖੋ ਪ੍ਰੋਡਕਟ ਵਾਲੇ ਪਾਸੇ ਅਸੀਂ 3 OH ਪਾਤੇ। ਸੋ ਜੇ ਅਸੀਂ ਰਿਐਕਟੈਂਟ ਵਾਲੇ ਪਾਸੇ ਹੁਣ 3 ਵਾਟਰ ਮੋਲੀਕਿਊਲ ਐਡ ਕਰ ਦਿੰਨੇ ਆ ਲਾਈਕ ਦਿਸ, ਜਿੰਨੇ OH ਐਡ ਕੀਤੇ ਹੈ ਨਾ ਉਹਨੇ ਵਾਟਰ ਮੋਲੀਕਿਊਲ ਅਸੀਂ ਅਕੋਰਡਿੰਗਲੀ ਐਡ ਕਰ ਰਹੇ ਹਾਂ। ਹੁਣ ਕਾਊਂਟ ਕਰੋ ਆਪਣੇ ਕੋਲੇ ਨੰਬਰ ਆਫ ਆਕਸੀਜਨਸ ਤੇ ਹਾਈਡਰੋਜਨਸ ਦੋਨੋਂ ਪਾਸੇ ਇਕੁਅਲ ਹੈ। ਆਹ 3 ਜਿਹੜੇ ਹਾਈਡਰੋਜਨ ਫਾਸਫੀਨ ਕੋਲੇ ਹੈ ਤੇ 3 OH- ਕੋਲੇ ਹੈ। ਸੋ ਲਾਈਕਵਾਈਜ਼ ਆਪਣੇ ਕੋਲੇ ਹੁਣ ਹਾਈਡਰੋਜਨ ਤੇ ਆਕਸੀਜਨ ਬੈਲੈਂਸ ਹੋ ਗਏ। ਸੋ ਆਪਣੇ ਕੋਲੇ ਇੱਕ ਬੈਲੈਂਸਡ ਫਾਰਮ ਆ ਗਈ ਹੈ ਆਕਸੀਡੇਸ਼ਨ ਦੀ ਤੇ ਇੱਕ ਬੈਲੈਂਸਡ ਫਾਰਮ ਆ ਗਈ ਹੈ ਰਿਡਕਸ਼ਨ ਹਾਫ ਰਿਐਕਸ਼ਨ ਦੀ। ਹੁਣ ਆਪਣਾ ਦੋਨੋਂ ਨੂੰ ਆਪਾਂ ਇੱਕ ਵਾਰੀ ਲਿਖੀਏ। ਸੋ ਆਕਸੀਡੇਸ਼ਨ ਔਰ ਰਿਡਕਸ਼ਨ ਰਿਐਕਸ਼ਨਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਆਕਸੀਡੇਸ਼ਨ ਵਾਲੇ ਪਾਸੇ 1 ਇਲੈਕਟ੍ਰੋਨ ਪ੍ਰੋਡਕਟ ਵਾਲੇ ਪਾਸੇ ਹੈ ਤੇ ਰਿਡਕਸ਼ਨ ਦੇ ਵਿੱਚ 3 ਇਲੈਕਟ੍ਰੋਨ ਰਿਐਕਟੈਂਟ ਵਾਲੇ ਪਾਸੇ। ਮਤਲਬ ਆਕਸੀਡੇਸ਼ਨ ਵਾਲੀ ਇਕੁਏਸ਼ਨ 'ਚ 1 ਇਲੈਕਟ੍ਰੋਨ ਲੂਜ਼ ਹੋ ਰਿਹਾ ਹੈ ਪਰ ਰਿਡਕਸ਼ਨ ਵਾਲੀ ਇਕੁਏਸ਼ਨ ਦੇ ਵਿੱਚ 3 ਗੇਨ ਹੋ ਰਹੇ ਹੈ। ਸੋ ਆਪਾਂ ਇਹਨੂੰ ਨੰਬਰ ਆਫ ਇਲੈਕਟ੍ਰੋਨ ਬਰਾਬਰ ਕਰਨੇ ਆ, ਇਸ ਪੂਰੀ ਇਕੁਏਸ਼ਨ ਨੂੰ ਆਕਸੀਡੇਸ਼ਨ ਵਾਲੀ ਪੂਰੀ ਇਕੁਏਸ਼ਨ ਨੂੰ ਆਪਾਂ 3 ਨਾਲ ਮਲਟੀਪਲਾਈ ਕਰ ਦਿੰਨੇ ਆ ਜਦੋਂ, ਤਾਂ ਸਾਡੇ ਕੋਲੇ ਬਣ ਜਾਣਗੇ ਇੱਥੇ 3 ਫਾਸਫੋਰਸ ਆ ਜਾਣਗੇ, 6 OH ਬਣ ਜਾਣਗੇ। ਠੀਕ ਹੈ, ਤੇ 3 ਜਿਹੜੇ ਹੈ H2PO2 ਔਰ ਆ 3 ਇਲੈਕਟ੍ਰੋਨਸ ਬਣ ਜਾਣਗੇ। ਹੁਣ ਇਹਨਾਂ ਨੂੰ ਐਡ ਕਰਦੇ ਆ ਤਾਂ ਆਪਣੇ ਕੋਲੇ ਕੀ ਬਣ ਜਾਏਗਾ 4 ਫਾਸਫੋਰਸ, ਦੈਨ ਇਹ ਤਾਂ 3 ਵਾਟਰ ਐਜ਼ ਸੱਚ ਰਹਿਣਗੇ ਪਲੱਸ 6 OH- ਆ ਗਏ। 3 ਇਲੈਕਟ੍ਰੋਨ ਆ ਵਾਲੇ ਤੇ ਆ ਵਾਲੇ ਕੈਂਸਲ ਆਊਟ ਹੋ ਗਏ। ਪ੍ਰੋਡਕਟ ਵਾਲੇ ਪਾਸੇ ਤੁਸੀਂ ਧਿਆਨ ਨਾਲ ਦੇਖੋ ਆਪਣੇ ਕੋਲੇ 3 H2PO2- ਦੈਨ PH3 ਔਰ 3 OH। ਹੁਣ ਰਿਐਕਟੈਂਟ ਵਾਲੇ ਪਾਸੇ ਆਪਣੇ ਕੋਲੇ 6 OH- ਹੈ, ਪ੍ਰੋਡਕਟ ਵਾਲੇ ਪਾਸੇ 3 OH-। ਤਾਂ ਸਾਡੇ ਕੋਲੇ ਅਲਟੀਮੇਟਲੀ ਜੋ ਬੈਲੈਂਸ ਹੋ ਕੇ ਰਿਐਕਸ਼ਨ ਆ ਜਾਣੀ ਹੈ ਉਹਦੇ ਵਿੱਚ ਸਾਡੇ ਕੋਲੇ 3 OH- ਰਿਐਕਟੈਂਟ ਵਾਲੇ ਪਾਸੇ ਹੋਣਗੇ। ਸੋ ਇਸ ਤਰੀਕੇ ਦੇ ਨਾਲ ਆਪਾਂ ਇੱਕ ਹੋਰ ਐਗਜ਼ਾਮਪਲ ਲੈਣੇ ਆ ਜਿੰਦੇ 'ਚ ਆਪਾਂ ਨੂੰ ਬੈਟਰ ਸਮਝ ਆ ਜਾਏਗਾ। ਇਸ ਇਕੁਏਸ਼ਨ ਦੇ ਵਿੱਚ ਆਪਾਂ ਨੂੰ ਬੈਲੈਂਸਿੰਗ ਦੇ ਵਾਸਤੇ ਸਮਝ ਆਂਦਾ ਹੈ ਕਿ ਅਸੀਂ ਕ੍ਰੋਮੀਅਮ ਦੇ ਉੱਤੇ ਇਹਦੀ ਆਕਸੀਡੇਸ਼ਨ ਸਟੇਟ +6 ਲਿਖਤੀ ਹੈ ਤੇ ਕ੍ਰੋਮੀਅਮ ਪ੍ਰੋਡਕਟ ਵਾਲੇ ਪਾਸੇ ਇਹਦੀ ਆਕਸੀਡੇਸ਼ਨ ਸਟੇਟ ਇਜ਼ +3। ਸੋ +6 ਤੋਂ +3 ਯਾਨੀ ਕਿ Cr2O72- ਜਿਹੜਾ ਹੈ ਇਹ ਰਿਡਕਸ਼ਨ ਸ਼ੋ ਕਰ ਰਿਹਾ ਹੈ ਕ੍ਰੋਮੀਅਮ 3 ਪੋਜ਼ਿਟਿਵ। ਦੇਖੋ ਬੇਟਾ ਜੇ ਕ੍ਰੋਮੀਅਮ +6 ਤੋਂ +3 ਜਾ ਰਿਹਾ ਹੈ ਇਹਦਾ ਮਤਲਬ ਇਹਨੇ 3 ਇਲੈਕਟ੍ਰੋਨ ਗੇਨ ਕੀਤੇ ਨਾ, ਇਹ ਰਿਡਕਸ਼ਨ ਹੋ ਗਈ। ਸੋ ਕ੍ਰੋਮੀਅਮ +6 Cr2O72- ਦੇ ਵਿੱਚ ਹੀ ਹੈ। ਸੋ ਸਾਨੂੰ ਇਕੁਏਸ਼ਨ ਦੇ ਸੈਕਿੰਡ ਸਟੈਪ ਦੇ ਵਿੱਚ
ਇਹ ਐਨਾਲਾਈਜ਼ ਕਰਨਾ ਪੈਂਦਾ ਸਾਨੂੰ ਕਿ ਰਿਡਕਸ਼ਨ ਕਿੰਦੇ ਤੇ ਹੋ ਰਹੀ ਹੈ ਤੇ ਆਕਸੀਡੇਸ਼ਨ ਕਿੰਦੇ ਤੇ ਹੈ। ਸੋ ਆਕਸੀਡੇਸ਼ਨ Fe2 ਪੋਜ਼ਿਟਿਵ ਤੋਂ Fe3 ਪੋਜ਼ਿਟਿਵ, ਸੋ ਆਕਸੀਡੇਸ਼ਨ ਰਿਐਕਸ਼ਨ ਇਜ਼ ਦਿਸ। दोनों पासे एक एक आयरन है, इस करके एटम बैलेंस करने कोई दिक्कत नहीं होंगी ऑक्सीडेशन वाले पासे, पर रिडक्शन वाले पासे Cr2 है, सो आपां नूं Cr3 पॉजिटिव दे अगे इत्थे 2 लगाना पेगा। ठीक है, हुण जदों आपां इन्हां नूं बैलेंस करना है Fe2 पॉजिटिव तो Fe3 पॉजिटिव किवें बनिया? बाय लॉस ऑफ 1 इलैक्ट्रॉन। ठीक है, सो इनदे विच चार्जेस ऑलरेडी बैलेंस्ड है, इधर 3 पॉजिटिव है, एक नेगेटिव है, तो 2 पॉजिटिव बन गया, इधर भी 2 पॉजिटिव है। सो इधर हुण आपां किवें कर रहे हैं? Cr2O7 2 नेगेटिव, इन्हें एक क्रोमियम की जिहड़ी स्टेट है +6 तो +3 तां बनी जे 3 इलैक्ट्रॉन गेन किते। हुण 2 क्रोमियम है, 3 इलैक्ट्रॉन एक क्रोमियम ने गेन किते, तो 2 क्रोमियम जिहड़े 6 इलैक्ट्रॉन गेन करनगे, तां ही 2 क्रोमियम 3 पॉजिटिव बने। हुण चार्जेस आपां बैलेंस करने हैं, इस वाले पासे देखो 8 नेगेटिव चार्जेस है, ते इस वाले पासे 6 पॉजिटिव चार्जेस है। सो 8 नेगेटिव और 6 पॉजिटिव, सो किन्ने चार्जेस का आपां नूं फर्क लग रहा है? यस, 14 का। तो आपां 14H पॉजिटिव जिहड़े है इत्थे रिएक्टेंट वाले पासे ऐड कर दिते, ताकि अपने कोले दोनों पासे 6 पॉजिटिव चार्ज रह जाए। चार्जेस आपां बैलेंस किते हैं। ठीक है, हुण आपां जदों दोनों ऑक्सीडेशन ते रिडक्शन हाफ रिएक्शंस दे चार्जेस बैलेंस कर ले, नाउ वी विल बी बैलेंसिंग हाइड्रोजन एंड ऑक्सीजन। सो इस केस दे विच तां एज सच कोई बैलेंस करने की जरूरत ही नहीं पेगी, क्योंकि ना रिएक्टेंट वाले पासे ना प्रोडक्ट वाले पासे हाइड्रोजन ते ऑक्सीजन है ही नहीं। हुण इस केस दे विच आपां देख रहे हैं कि रिएक्टेंट वाले पासे हाइड्रोजन भी है तो ऑक्सीजन भी है, और प्रोडक्ट वाले पासे असी कॉरस्पॉन्डिंगली उन्ने वाटर मॉलिक्यूल ऐड कर देने। ठीक है, सो हुण अपने कोले एक बैलेंस्ड ऑक्सीडेशन और बैलेंस्ड रिडक्शन रिएक्शन आ गया, हाफ रिएक्शंस आ गया, इन्हां दोनों नूं हुण ऐड करना है। सो ऐड जदों करना है, उस तो पहला आपां जिहड़े आह इलैक्ट्रॉन्स जिन्ने ऑक्सीडेशन च इलैक्ट्रॉन प्रोड्यूस होए है ते रिडक्शन च जिन्ने एब्जॉर्ब होए है, उन्हां दा नंबर बराबर करना हुंदा है, ताकि ये कैंसल आउट हो जाए। सो एक इलैक्ट्रॉन ऑक्सीडेशन च बाहर निकलिया, पर रिडक्शन च 6 इलैक्ट्रॉन गेन होए है। सो असी ऑक्सीडेशन वाली पूरी रिएक्शन नूं 6 दे नाल गुना कर देवांगे। सो जदों आपां दोनों इक्वेशनस नूं ऑक्सीडेशन ते रिडक्शन हाफ रिएक्शन नूं कंबाइन करांगे, तां ऑक्सीडेशन हाफ रिएक्शन नूं आपां 6 दे नाल मल्टीप्लाई कर दिंने आ, ताकि यह 6 इलैक्ट्रॉन जिहड़े है दोनों दे विच ऑक्सीडेशन च 6 इलैक्ट्रॉन प्रोड्यूस होए, रिडक्शन च 6 इलैक्ट्रॉन एब्जॉर्ब हो गए, तो कैंसल आउट हो जाए। सो इत्थे अपने कोले 6 Fe2 पॉजिटिव ते 6 Fe3 पॉजिटिव आ जाएंगे। ओवरऑल बैलेंस्ड कैमिकल इक्वेशन दे विच साडे कोले 6 Fe2 पॉजिटिव ते प्रोडक्ट वाले पासे 6 Fe3 पॉजिटिव। सो हाउ वी विल बी रीचेकिंग दिस? सो रीचेक करने का तरीका सेम है, दोनों पासे चार्जेस कैलकुलेट कर लो। सो 6 दूनी 12 पॉजिटिव, देन -2, देन 14 पॉजिटिव। सो अपने कोले किन्ने बन जाते हैं? अपने कोले आ जाते हैं रिएक्टेंट वाले पासे 24 पॉजिटिव आ गए, प्रोडक्ट वाले पासे देखो 6 तीए 18 पॉजिटिव, देन 18 ते 6 2 तीए 6, ये भी 24 पॉजिटिव अपने कोले प्रोडक्ट वाले पास से आ गए। सो दिस इक्वेशन इज बैलेंस्ड, और बैलेंस्ड केमिकल इक्वेशन दे विच वी कैन सी 6 Fe2 पॉजिटिव प्लस Cr2O7 2 नेगेटिव प्लस 14H पॉजिटिव गिव राइज टू 6 Fe3 पॉजिटिव, 2 chromium 3 पॉजिटिव एंड 7 वाटर मॉलिक्यूल्स। होप बेटा कि हुण तुहानूं दोनों तरीक़िਆਂ नाल ही रिडॉक्स रिएक्शंस दी बैलेंसिंग समझ लग गई होएगी। सो प्रैक्टिस जिन्नी वध तो वध करोगे बेटा तुहानूं उन्ना ही इनदा बेनिफिट मिलेगा। सो आई होप बेटा कि तुसीं इन्हां दी वध तो वध प्रैक्टिस करोगे, एग्जामिनेशन पॉइंट ऑफ व्यू दे नाल काफ़ी इंपॉर्टेंट चीज़ है पुत्र। सो ऑल दी वेरी बेस्ट।